अस्सलाम वालेकुम नाज़रीन, प्रोग्राम ख़बर और तजिया के साथ मैं हूं मुज़म्मिल सरवर्दी। मैं मौजूद हूं तहसील चनियोट में। इस वक्त गांव है ठट्ठा मोचियाँ। ये दरियाए चनाब के किनारे गांव है जिसके अंदर सैलाब में पानी आ गया था। इस जगह से कहते हैं 8 लाख क्यूसिक से ज़्यादा पानी गुजरा है। ये जो ठट्ठा मोचियाँ है, इसको यहाँ से लोगों को एवैक्यूएट किया गया था, यहाँ पानी आ गया था। अब लोग वापस अपने घरों को आ गए हैं। हम इस प्रोग्राम में वहाँ जाएंगे जहाँ पानी आया और पानी गुज़र गया और लोग वापस अपने घरों को पहुँच गए हैं। तो हम जानने की कोशिश करेंगे कि पहुँचने के बाद की ज़िंदगी क्या है। एक तो सब ने दिखाया जब पानी आया लोग टेंटों में चले गए, रिलीफ का वक्त हुआ, लेकिन अब सेंट्रल पंजाब में जैसे ये चनियोट में पानी दरियाए चनाब से गुज़र गया है और गुज़रने के बाद लोग वापस अपने घरों में, अपनी फसलों में, अपनी जगह पे पहुँचे हैं। तो क्या हालात हैं। मैं ठट्ठा मोचियाँ में मौजूद हूँ। मेरे साथ मौजूद हैं जुल्फ़कार साहब जो इस गांव के नंबरदार भी हैं। इनसे थोड़ा जानेंगे ठट्ठा मोचियाँ के हवाले से। अस्सलाम वालेकुम जुल्फ़कार साहब, इलाका छट गए सो जी। पहले सैलाब तो पहले सानू वार्निंग एसी साहब, डीसी साहब, डीपी साहब आए सी। उन्होंने सानू पिंड में वार्निंग दी कि फ्लड बहुत ज़्यादा है, बच्चे बुच्चे लैके चले जाओ। असी फिर सर चले गए, उन्हें साडे नाल बड़ी मदद की सर। नहीं तुसी चले गए, कितने दिन बाहर रहे? असी सर उत्थे ना 5-6 दिन बाहर रहे। फिर 5-6 दिन पानी गुजर जी गया? पानी गुजर गया, फिर असी वापस आ गए फैमिली समेत। आखिरी वारी किदों इलाका छड़िया सी तुसी? 14 में। 14 तो बाद हुण 25 च सैलाब आया? जी सर। ਇਹਦਾ मतलब 11 साल सैलाब नहीं आया? नहीं आया सर। ਤੇ ਹੁਣ ਜਦੋਂ ਤੁਸੀਂ ਵਾਪਸ ਆਏ ਹੋ जी जी। ਕੀ ਨੁਕਸਾਨ ਹੋਇਆ ਤੁਹਾਡਾ? साडे पिंड ਦਾ ਨੁਕਸਾਨ ਸਰ ਕਿਹੜਾ ਨਾ ਫਸਲਾਂ ਦਾ ਜ਼ਿਆਦਾ ਨੁਕਸਾਨ ਹੋਇਆ ਹੈ। ਕਿਹੜੀਆਂ ਫਸਲਾਂ ਲੱਗੀਆਂ ਹੋਈਆਂ ਸੀ? ਇੱਥੇ ਸਰ ਮੁੰਜੀ ਹੈ, ਚਾਵਲ ਦੀ ਫਸਲ ਹੈ, ਮੱਕੀ ਦੀ ਫਸਲ ਹੈ, ਅਰਬੀ ਹੈ, ਇਸ ਤਰ੍ਹਾਂ ਦੀ ਫਸਲਾਂ ਸਰ। ਤੇ ਫਸਲ ਸਾਰੀ ਤਬਾਹ ਹੋ ਗਈ? जी सारी तबाह हो गई सर। ਇਹ ਤੁਹਾਡੇ ਸਾਹਮਣੇ ਸਰ ਸਾਰੀ ਫਸਲ ਕਿਹੜੀ ਨਾ ਸਾਰੀ ਖਤਮ ਹੋ ਗਈ ਸਰ। ਤੇ ਇਹਨੂੰ ਦੁਬਾਰਾ ਕਾਬਲੇ ਕਾਸ਼ ਕਰਨ ਲਈ ਕੀ ਕਰਨਾ ਪਏਗਾ? इन दोबारा काबिल काश वास्ते सारे जो पानी सुख सी गया फिर सर बड़ी मेहनत करनी पई, मिट्टी सट गया, दरिया नीवी उच्ची ਜ਼ਮੀਨ कर गए सर। ਤੇ ਉਹਦਾ ਕੀ ਹੱਲ ਹੁੰਦਾ ਹੈ? ਉਹਦੇ ਵਿੱਚ ਹਾਲੇ ਇਹ ਟਰੈਕਟਰ ਨਾਲ ਵਾਹ ਕੇ ਸਰ ਤੇ ਫਿਰ ਲੀਜ਼ਰ ਮਾਰਨਾ ਪਾਉਣਾ, ਕਰਾਹ ਨਾਲ ਇੱਕੋ ਜੀ ਕਰਨੀ ਪਾਉਣੀ ਹੈ ਸਰ, ਤੇ ਫਿਰ ਬਾਅਦ ਵਿੱਚ ਹੀ ਇਸਤੇਮਾਲ ਉਸੀ। ਅੱਛਾ, ਤੇ ਹੁਣ ਅਗਲੀ ਫਸਲ ਕਿਦੋਂ ਲਾਣੀ ਹੈ ਤੁਸੀਂ? ਅਗਲੀ ਫਸਲ ਸਰ ਸਾਡੇ ਕੋਲ ਆਲੂ ਔਰ ਮਟਰ ਦੀ ਫਸਲ ਆਣੀ ਹੈ ਸਰ। ਉੱਤੋਂ ਦਾ ਅਗਰ ਪਾਣੀ ਇਹ ਸੁੱਕ ਗਿਆ ਜਾਂ ਮਤਲਬ ਉਸ ਤਨ ਕਾਸ਼ਤ ਉਸ ਗਿਆ ਨਾ ਹੋਈ ਤਾਂ ਫਿਰ ਮੱਕੀ ਫਸਲ ਉਸੀ ਅੱਗੇ ਨੂੰ 6 ਮੱਕੀ ਮਹੀਨੇ ਕਿਦੋਂ ਹੈ? 6 ਮਹੀਨੇ ਠਹਿਰ ਠਹਿਰ ਕੇ। ਕੇ। ਤੇ ਜਿਹੜੀ ਆਲੂ ਹੈ, ਮਟਰ ਹੈ, ਇਹ ਕਿਦੋਂ ਹੈ? ਇਹ ਤਕਰੀਬਨ 1 ਮਾਹ ਬਾਅਦ ਸਰ। ਤੇ ਮਹੀਨੇ 'ਚ ਜ਼ਮੀਨ ਤਿਆਰ ਹੋ ਜਾਏਗੀ ਆਲੂ ਮਟਰ? ਮੁਸ਼ਕਿਲ ਹੈ, ਮੇਰੇ ਖਿਆਲ ਮੁਸ਼ਕਿਲ ਸਰ। ਮੁਸ਼ਕਿਲ ਹੈ। ਜੀ, ਇਹਦਾ ਮੁਸ਼ਕਿਲ। ਮਤਲਬ ਹੈ ਤੁਹਾਡੀ ਇੱਕ ਤੇ ਮੁੰਜੀ ਤਬਾਹ ਹੋ ਗਈ ਜੀ ਸਰ। ਤੇ ਇੱਕ ਤੁਸੀਂ ਆਲੂ ਤੇ ਮਟਰ ਨਹੀਂ ਲਾ ਸਕਦੇ? ਨਹੀਂ ਲਾ ਸਕਦੇ ਸਰ। ਨਹੀਂ ਲਾ ਸਕਦੇ ਜੀ ਸਰ। ਹੁਣ ਤੁਸੀਂ ਜਾ ਕੇ ਮਕਈ ਲਾਓਗੇ ਔਰ ਜੀ। ਉਹ ਜਾ ਕੇ ਲਾਓਗੇ ਕਿਹੜੇ ਮਹੀਨੇ 'ਚ? ਉਹ ਸਰ ਨਾ ਮਕਈ ਕਿਹੜੀ ਹੈ ਨਾ ਤਕਰੀਬਨ 6 ਮਹੀਨੇ ਠਹਿਰ ਕੇ ਸਰ। 6 ਮਹੀਨੇ ਠਹਿਰ ਕੇ, ਜੀ। मतलब अगले साल ही हो ਜੀ गया? ਸਰ। ਜੀ ਸਰ। अगले साल हो ਜੀ गया। ਸਰ। ਜੀ ਸਰ। ਤੇ ਇਸ ਦੌਰਾਨ ਕੀ ਕਰਨਗੇ ਲੋਕ? ਵਿਹਲੇ ਸਰ ਕੋਈ ਕੰਮ ਤਾਂ ਹੈ ਨਹੀਂ ਸਰ, ਤੇ ਇਹੀ ਕਾਸ਼ਤਕਾਰੀ ਸਾਡਾ ਕੰਮ ਹੈ। ਤੇ ਗਰੀਬ ਲੋਕ ਹਨ, ਸਾਡਾ ਪਿੰਡ ਸਾਰਾ ਗਰੀਬ ਲੋਕ ਹੈ, ਮਜ਼ਦੂਰ ਲੋਕ ਹਨ ਸਰ। ਹਾਂ। ਤੇ ਮਜ਼ਦੂਰੀ ਜਾਂ ਇਹ ਕੋਈ ਖੇਤੀਬਾੜੀ ਥੋੜੀ ਬਾੜੀ ਠੇਕੇ ਜ਼ਮੀਨ ਲੈ ਕੇ ਕਰਦੇ ਸੀ, ਤੇ ਉਹ ਠੇਕੇ ਵਾਲੀ ਜ਼ਮੀਨ ਕਿਹੜੀ ਹੈ ਸਰ, ਉਹ ਸਾਰੀ ਤਬਾਹ ਹੋ ਗਈ ਹੈ ਸਰ, ਫਸਲਾਂ ਤਬਾਹ ਹੋ ਗਈ। ਤੇ ਜਿਹਦੀ ਜ਼ਮੀਨ ਹੈ ਉਹ ਠੇਕਾ ਲਏਗਾ? ਜੀ ਉਹਨਾਂ ਠੇਕਾ ਐਡਵਾਂਸ ਲਿਆ ਸਰ। ਠੇਕਾ ਮਾਫ ਨਹੀਂ ਹੋਏਗਾ? ਨਹੀਂ ਮਾਫ ਨਹੀਂ ਹੋਏਗਾ ਠੇਕਾ ਸਰ। ਠੇਕਾ ਐਡਵਾਂਸ ਹੈ ਸਰ, ਉਹਨਾਂ ਲੈ ਲਿਆ ਸਾਲ ਦਾ ਠੇਕਾ ਐਡਵਾਂਸ ਲੈ ਲੈਂਦੇ, ਲੇਕਿਨ ਉਹ ਉਹਦੇ ਸੈਲਾਬ ਆ ਗਿਆ? ਸੈਲਾਬ ਆ ਗਿਆ। ਤੇ ਕਿੰਨੇ ਘਰ ਨੇ ਤੁਹਾਡੇ ਪਿੰਡ? ਸਾਡੇ ਤਕਰੀਬਨ 55 ਘਰ ਹੈ, 55-60 ਘਰ ਹੈ ਸਰ। ਇਹ ਠੱਠੀਆਂ ਮੋਚੀਆਂ? ਜੀ ਠੱਟਾ ਮੋਚੀਆਂ 55-60 ਘਰ ਹੈ ਸਰ। 55-60 ਘਰ ਹੈ ਜੀ ਸਰ। ਔਰ ਇੱਥੇ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਕਾਸ਼ਤਕਾਰ ਨੇ? ਜੀ ਕਾਸ਼ਤਕਾਰ ਤੇ ਮਜ਼ਦੂਰ ਲੋਕ ਹਨ ਸਰ। ਮਜ਼ਦੂਰੀ ਕਰਨ ਤੇ ਚਨਿਓਟ ਜਾਂਦੇ ਹੋਣਗੇ? ਜੀ ਮਜ਼ਦੂਰੀ ਚਨਿਓਟ ਮਿਲ ਗਈ, ਕਿੱਥੇ ਮਿਲ ਗਈ ਮਜ਼ਦੂਰੀ ਕਰਨ, ਉੱਥੇ ਜਾਂਦੇ ਸਰ। ਕੋਈ ਜਾਨਵਰਾਂ ਦਾ ਨੁਕਸਾਨ ਜੀ ਹੋਇਆ? ਜਾਨਵਰ ਦਾ ਕੋਈ ਨੁਕਸਾਨ ਨਹੀਂ ਹੋਇਆ ਸਰ। ਉਹ ਕੀ ਨਾਲ ਲੈ ਗਏ ਸੋ? ਜੀ ਨਾਲ ਅਸੀਂ ਬਾਹਰ ਕੱਢ ਲਿਆ ਸੀ। ਏਸੀ ਸਾਹਿਬ ਵੀ, ਡੀਸੀ ਸਾਹਿਬ ਵੀ, ਡੀਪੀਓ ਸਾਹਿਬ ਆਇਆ ਸੀ ਸਾਡੇ ਕੋਲ, ਉਹਨਾਂ ਸਾਨੂੰ ਇਨਫੋਰਮੇਸ਼ਨ ਤੇ ਦਿੱਤੀ। ਹੋਰ ਕੀ ਨੁਕਸਾਨ ਹੋਇਆ? ਇੱਕ ਤੇ ਫਸਲ ਦਾ ਨੁਕਸਾਨ ਹੋਇਆ, ਹੋਰ ਕੀ ਨੁਕਸਾਨ ਹੋਇਆ ਤੁਹਾਡਾ? ਹੋਰ ਏਡਾ ਖਾਸ ਕੋਈ ਨਹੀਂ ਨੁਕਸਾਨ ਸਾਡੇ ਪਿੰਡ 'ਚ ਹੋਇਆ ਸੀ, ਹਾਂ। ਬਸ ਇਹੀ ਫਸਲਾਂ ਦਾ ਫਸਲਾਂ ਦਾ ਜ਼ਿਆਦਾ ਨੁਕਸਾਨ ਹੋਇਆ ਜੀ। ਕੋਈ ਅੱਲਾਹ ਘਰ ਤਾਲਾ ਨੇ ਬਚਾ ਲਿਆ, ਘਰਾਂ ਨੂੰ ਮਹਿਫੂਜ਼ ਰੱਖ ਲਿਆ। ਘਰਾਂ ਨੂੰ ਪੱਕੇ ਘਰ ਨੇ? ਲੇਕਿਨ ਕੋਈ ਤੁਹਾਡੇ ਘਰ ਪੱਕੇ ਸਨ ਨਾ? ਪੱਕੇ ਘਰ ਸਨ। ਕੁਝ ਲੋਕ ਹਨ ਸਾਡੇ ਪਿੰਡ ਵਿੱਚ ਕਿਹਨਾਂ ਦੇ ਘਰਾਂ ਨੂੰ ਨਾ ਦਰਾੜਾਂ ਆ ਗਈਆਂ ਕਿਉਂਕਿ ਉਹ ਡੈਮੇਜ ਹੋਏ ਥੋੜੇ ਬਾੜੇ ਪਾਣੀ ਦੀ ਵਜ੍ਹਾ? ਜੀ ਪਾਣੀ ਕਿੰਨੇ ਫੁੱਟ ਪਾਣੀ ਆਇਆ ਪਿੰਡ 'ਚ? ਇੱਥੇ ਪਾਣੀ ਜੀ ਪਿੰਡ ਦੇ ਵਿੱਚ ਕਿਹੜਾ ਨਾ ਉਹ 3-4 ਫੁੱਟ ਸੀ, ਤੇ ਸਾਈਡਾਂ ਤੇ ਤਾਂ ਪਾਣੀ ਬਹੁਤ 10 ਤੋਂ 12 ਫੁੱਟ ਸੀ। ਫਸਲਾਂ ਹੀ 10 ਫੁੱਟ ਸੀ? ਜੀ ਜੀ। ਪਿੰਡ ਥੋੜਾ ਉੱਚਾ ਹੈ? ਪਿੰਡ ਸਾਰਾ ਉੱਚਾ ਹੈ ਸਰ, ਤੇ ਦਰਿਆ ਚਨਾਬ ਹੈ ਬਿਲਕੁਲ ਨਾਲ? ਬਿਲਕੁਲ ਨਜ਼ਦੀਕ ਹੈ ਸਰ।
ਤੁਸੀਂ ਦਰਿਆ ਦੇ ਵਿੱਚ ਬੈਠੇ ਹੋ। ਜੀ ਬਿਲਕੁਲ ਦਰਿਆ ਦੇ ਵਿੱਚ ਬੈਠੇ ਹਾਂ ਅਸੀਂ ਸਰ। ਕਿੰਨਾ ਪੁਰਾਣਾ ਪਿੰਡ ਹੈ? ਇਹ ਸਰ 100 ਸਾਲ ਹੋ ਗਿਆ ਇੱਥੇ ਸਾਨੂੰ ਬੈਠਿਆਂ ਤਕਰੀਬਨ। ਅੱਗੇ ਪਿੰਡ ਸਾਰਾ ਪਿੱਛੇ ਸੀ, ਉੱਥੇ ਦਰਿਆ ਗੇਰ ਦਿੱਤਾ, ਫਿਰ ਇੱਥੇ ਇਹ ਜ਼ਮੀਨ ਉੱਚੀ ਸੀ, ਉੱਥੇ ਜ਼ਮੀਨ ਦੀ ਇੱਥੇ ਆ ਕੇ ਨਾ ਸਾਡੇ ਬਜ਼ੁਰਗਾਂ ਆ ਕੇ ਇੱਥੇ ਸਾਰੇ ਪਿੰਡ ਵਾਲਿਆਂ ਨੇ ਇੱਥੇ ਬਹਾ ਦਿੱਤਾ। ਪਰ ਜੇ ਹਰ ਸਾਲ ਸੈਲਾਬ ਆਏਗਾ ਫਿਰ ਕੀ ਕਰੋਗੇ? ਸਰ ਅੱਲਾ ਵਾਰਿਸ ਹੈ ਫਿਰ। ਨਹੀਂ ਮਤਲਬ ਉਹ ਕਹਿੰਦੇ ਨੇ ਅਗਲੇ ਸਾਲ ਫਿਰ ਸੈਲਾਬ ਦਾ ਖਤਰਾ ਹੈ, ਫਿਰ ਕੀ ਕਰੋਗੇ? ਸਰ ਸੈਲਾਬ ਦਾ ਖਤਰਾ ਵੀ ਆ ਤਾਂ ਅਸੀਂ ਕਿਤੇ ਜਾਵੇ, ਸਾਡੇ ਕੋਲ ਨਾ ਇਤਨਾ ਅਖਰਾਜਾਤ ਹੈ ਵੀ ਅਸੀਂ ਜ਼ਮੀਨ ਖਰੀਦ ਸਕਦੇ ਹਾਂ, ਨਾ ਕੋਈ ਸਾਡੇ ਕੋਲ ਵਸਾਇਲ ਵੀ ਅਸੀਂ ਕੋਈ ਉਸ 'ਤੇ ਕਰ ਸਕਦੇ ਹਾਂ ਵੀ ਉਹ ਵਸਾਇਲ ਹੋਵੇ ਕੋਈ ਵੀ ਉੱਥੇ ਖਰੀਦ ਕੇ ਅਸੀਂ ਬਹਿ ਜਾਈਏ। ਹਕੂਮਤ ਦੇ ਥਰੂ ਮਿਹਰਬਾਨੀ ਹੋਗੀ ਕੋਈ ਜ਼ਮੀਨ ਸਰਕਾਰੀ ਜ਼ਮੀਨ ਜਾਂ ਕੋਈ ਪਲਾਟ ਮਿਲ ਗਿਆ ਤੇ ਦੇਖੋ ਨਾ ਹੁਣ 6 ਮਹੀਨੇ ਤੱਕ ਫਸਲ ਨਹੀਂ ਹੋ ਸਕਦੀ। ਜੀ 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 ਤੇ ਇੱਕ ਫਸਲ ਲਾਓਗੇ, ਜੀ ਜੀ ਜੇ ਫਿਰ ਸੈਲਾਬ ਆ ਗਿਆ ਤਾਂ ਫਿਰ ਸਾਰਾ ਜ਼ਮੀਨ ਫਿਰ ਤਬਾਹ ਹੋ ਜਾਏਗੀ। ਜੀ ਬਿਲਕੁਲ ਇਸੇ ਤਰ੍ਹਾਂ ਹੀ ਤੇ ਤੁਸੀਂ ਬੈਠੇ ਤੇ ਦਰਿਆ ਦੇ ਵਿੱਚ ਜੀ ਹੀ ਹੋ। ਦਰਿਆ ਦੇ ਵਿੱਚ ਬੈਠੇ ਆ ਸਰ, ਲੇਕਿਨ ਸਾਡੇ ਕੋਲ ਜ਼ਮੀਨ ਨਹੀਂ ਹੈ ਘਰ ਬਣਾਉਣ ਵਾਸਤੇ। ਇਹ ਜਿਹੜੀ ਤੁਹਾਡਾ ਪਿੰਡ ਹੈ ਇਹ ਤੁਹਾਡੀਆਂ ਆਪਣੀਆਂ ਜ਼ਮੀਨਾਂ ਨੇ? ਨਹੀਂ ਸਰ ਇਹ ਆਪਣੀ ਜ਼ਮੀਨ ਨਹੀਂ ਹੈ। ਇਹ ਕੀ ਹੈ? ਇਹ ਸਰ ਨਾ ਪਹਿਲੇ ਤਾਂ ਸਾਨੂੰ ਇੱਥੇ ਬਾਇਆ ਗਿਆ ਸੀ ਵੀ ਸਰਕਾਰੀ ਜ਼ਮੀਨ, ਲੇਕਿਨ ਬਾਅਦ ਇਹ ਪਤਾ ਨਹੀਂ ਕੀ ਮਸਲਾ ਬਣਿਆ, ਕੋਈ ਆਂਦਾ ਸਾਡੀ ਹੈ ਕੋਈ ਆਂਦਾ ਸਾਡੀ ਹੈ, ਲੇਕਿਨ ਹਾਲੇ ਤਾਂ ਅਸੀਂ ਬੈਠੇ ਸਾਨੂੰ ਕਿਸੇ ਉਠਾਇਆ ਨਹੀਂ ਹੈ। ਉਠਾਇਆ ਨਹੀਂ ਜੀ ਕਾਗਜ਼ ਪੱਤਰ ਕੋਈ ਨਹੀਂ ਨਹੀਂ? ਕਾਗਜ਼ ਕੋਈ ਨਹੀਂ ਸਾਡੇ ਕੋਲ ਸਰ। ਕਾਗਜ਼ ਕੋਈ ਨਹੀਂ। ਤੁਸੀਂ ਵੈਸੇ 100 ਜੀ ਸਾਲ ਤੋਂ ਵੈਸੇ ਜੀ 100 ਸਾਲ ਤੋਂ ਜੀ ਬੈਠੇ ਬੈਠੇ ਹਾਂ। ਔਰ इर्द गिर्द काश्त कर रहे जी ये काश ठेके ज़मीन लेके कुछ मजदूरी कर दें कुछ काश कर दें सर। ਕੁਝ ਮਜ਼ਦੂਰੀ ਕਰਦੇ ਹੋ, ਕੁਝ ਕਾਸ਼ਤ ਕਰਦੇ ਹੋ। जी सर। ਇਹ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਹੈ ਜੀ ਇਹਦੇ ਸਰ। ਬਾਰੇ 'ਚ ਕਿਸਾਨ ਕੀ ਸੋਚ ਰਿਹਾ ਤੇ ਕੀ ਕੀਤਾ? ਤੁਸੀਂ ਕਾਸ਼ਤ ਕਰਦੇ ਹੋ? जी मैं काश कर ਕਿੰਨੇ ਰਕਬੇ ਦੇ ਕਾਸ਼ਤ ਕਰਦੇ ਹੋ? मेरे को तकरीबन जी 30 ਤੋਂ 35 एकड़ ज़मीन काश करदा जी। ਆਪਣੀ ਹੈ ਤੁਹਾਡੀ? नहीं 35 नहीं ठेका जी ठेका ज़मीन। ਆਪਣੀ ਜ਼ਮੀਨ ਕਿੰਨੀ ਹੈ? अपनी कोई नहीं सर। ਆਪਣੀ ਕੋਈ ਨਹੀਂ? नहीं सर। ਨੰਬਰਦਾਰ ਦੀ ਆਪਣੀ ਵੀ 1 नहीं। ਏਕੜ ਜਗ੍ਹਾ ਨਹੀਂ? नहीं नहीं जी। ਤੇ 35 ਏਕੜ ਕੀ ਠੇਕਾ ਹੈ ਫੀ ਏਕੜ? ਇੱਥੇ ਸਰ ਠੇਕਾ ਕਿਹੜਾ ਨਾ ਤਕਰੀਬਨ 2 ਲੱਖ ਠੇਕਾ ਹੈ ਸਰ। ਫੀ ਏਕੜ? ਪੌਣੇ 2 ਤੋਂ 2 ਲੱਖ ਠੇਕਾ ਹੈ। 35 ਏਕੜ ਦਾ ਤੁਸੀਂ 70 ਲੱਖ ਦਿੰਦੇ ਹੋ? ਜੀ ਸਰ। ਤੇ 70 ਲੱਖ ਦੇਤਾ ਹੋਇਆ ਹੈ। ਜੀ ਦੇ ਦਿੱਤਾ। ਤੇ ਅਗਲਾ ਜਦੋਂ ਦੇਣਾ ਹੈ ਤਾਂ ਫਿਰ ਉਹ 70 ਲੱਖ ਮੰਗੇਗਾ ਜਾਂ ਪਿਛਲੇ ਸਾਲ ਦੇ ਮਾਫ ਕਰੇਗਾ? ਨਹੀਂ ਸਰ ਇਹ ਤਾਂ ਕਿੰਨਾਂ ਦੀ ਜ਼ਮੀਨ ਹੈ ਉਹਨਾਂ ਤੇ ਐ ਮੂਵਮੈਂਟ ਉਹ ਮਾਫ ਨਹੀਂ ਕਰਦੇ ਸਰ ਸਾਨੂੰ। ਅੱਛਾ। ਉਹ ਆਂਦੇ ਕਿ ਉਹ ਤੁਹਾਡੇ ਆਪਣੀ ਕਿਸਮਤ ਹੈ ਅਸੀਂ ਠੇਕਾ ਲੈਣਾ, ਅੱਗੇ ਤੁਹਾਡੀ ਕਿਸਮਤ। ਤੇ ਤੇਰੇ ਕੋਲ ਅੱਗੇ ਦੇਣ ਨੂੰ 70 ਲੱਖ ਹੈ? ਨਹੀਂ ਨਾ ਹੋਇਆ ਤਾਂ ਫਿਰ ਸਰ ਪੈਸੇ ਨਹੀਂ ਹੈ ਤਾਂ ਫਿਰ ਕੋਈ ਮਜ਼ਦੂਰੀ ਕੋਈ ਹੋਰ ਹੀ ਹੱਲ ਕੱਢਣਾ ਹੈ, यही गल है सर। ठट्ठा मोचिया में ही अब मेरे साथ मोहसिन है और मोहसिन कोई काश्तकार नहीं है, मोहसिन मजदूर है और ये मजदूरी करता है। मोहसिन की हाल है? जी अल्हम्दुलिल्लाह ठीक ठाक। मोहसिन वापस कार जी, आ गए हैं? हाँ जी आ गए वापस। की नुकसान हुआ तेरा? सर नुकसान ज़्यादा काश्त का ही हुआ है, फसलों का नुकसान हुआ है। वो तो तेरी है नहीं, तू तो मजदूरी करता है। मजदूरी का नुकसान यही हुआ है कि हम तकरीबन 15 दिन हो गए हैं मजदूरी पे नहीं गए, मतलब 6-7 दिन बाहर रहे हैं, 6-7 दिन बाद वापस आए हैं, अभी तक भी मतलब मजदूरी पे नहीं गए हम। क्यों अभी काम दोबारा शुरू नहीं हुआ? इंशाल्लाह हफ्ते को जाएंगे काम पे इंशाल्लाह। हफ्ते को जाएंगे जी। तो ये हुआ कि 15-20 दिन मजदूरी नहीं हाँ मिली? जी नहीं मिली, इधर घर में ही काम काज स्लाब घर का कोई नुकसान हुआ है? कोई बर्तन चले गए हैं? नहीं कोई सर ऐसा कोई नुकसान कीमती नहीं हुआ। चीजें? दराड़ें वगैरह आई हैं मकानों को। अच्छा मकानों को हाँ दरारें? जी मस्जिद को भी दराड़ें आई हैं, हाँ। मतलब कि और कोई नुकसान नहीं हुआ। और तेरे पास कोई मझ शज डंगर शंगर? निकल गए थे बच्चों को भी लेके और डंगरों को भी लेके बाहर, मतलब कि बांध के दूसरी साइड पे अच्छा, महफूज ठीक है। जगह पे। तुम्हारी तो फिर ज़मीन नहीं थी तो तुम्हारा नुकसान यही है कि तुम्हारी 15 दिन की मजदूरी नहीं लगी? जी तुम्हें? नहीं लगी। नहीं लगी। और वो जो तुम बाहर बैठे रहे तो हाँ जी कोई कैंप शैम्प में रहे? हाँ जी कैंप में ही रहे, मतलब कि खुले आसमान थले ही सारे डंगर शंगर एक जगह पे ही, गाँव के सारे बंदे बैठ गए थे इधर ही नज़दीक ही। तो खाना पीना कहाँ से मिला? खाना पीना गवर्नमेंट दे रही है अच्छा अल्हम्दुलिल्लाह। गवर्नमेंट दे रही जी। है। अब तो घर आ गए हो, अब तो नहीं हाँ दे जी रही? अब तो नहीं दे रही, अब अब तो घर से खा रहे हैं अब घर से खा रहे हाँ हैं। जी अब अल्हम्दुलिल्लाह। जो जमा पूंजी है वो खा हाँ रहे जी हैं। इंशाल्लाह जी। तुम्हारा बैंक अकाउंट है? नहीं है तो क्या पैसे कैश रखते हो? नहीं किधर मजदूर के पास इधर कितने पैसे आ गए जी, मतलब कि डेली वेजेस पे जो मिलता है वो खा पी जाते हैं। मोहसिन पढ़े लिखे हो? अल्हम्दुलिल्लाह कितना? मैट्रिक तलीम में। अच्छा मैट्रिक तक। जी तो करते मजदूरी हो? क्या राज हो मजदूर हो? मजदूर जी, राज मजदूर, हेल्पर बतौर हेल्पर। हेल्पर काम? जी ठीक है। कितने बच्चे हैं तुम्हारे? 2 बेटे माशाल्लाह। 2 बेटे। वो क्या कर रहे हैं? पढ़ रहे हैं जी, छोटे हैं माशाल्लाह। अच्छा छोटे हैं। जी तो ताड़ा की ना है? शाहमान जी। शाह शाहमान शाहमान जी शाह मोहम्मद अली ठट्ठा मोचियां दा। जी हाँ किन्ने साल तो इत्थे रह रहे हैं? ये तो जी 100 तो कोई 2 साल घाटों से ही आवाज दूसरी चलाता था। कितनी जमीन है तेरी शाहमान? कोई नहीं जी अपनी कोई नहीं, ठेके लाई हुई ठेके ते कितनी जमीन लेती है? कोई 30-35 किले लाई हुई, 35 किले की लाया हुआ ऐसे तो मक्की लाई हुई है,
मक्की लाई या मक्की कोई बचा या तेल कोई मुंजी आई तो सारी खत्म हो गई। खत्म हो गई खत्म हो गई ते हुन की कर सें मुंजी वेले आ बेकार आ नहीं ते हुन जमीन तो पानी चला गया हाल ही नहीं जी आबाद नहीं हुई तो मिट्टी साट गया किसी 2 फुट किसी 4 फुट किसी 2 फुट नीमी हो गई किसी 2 फुट ऊंची हो गई खराब मारने पौसे बड़े ते उकराम मारन दा कितना खर्चा है वो जी फी एकड़ कितना खर्चा है 4-4 5-5 घंटे फी किले से लग से गए ते 1 घंटे दे कितने पैसे ने 4000 रुपए घंटा 4000 रुपए घंटा 4000 घंटे ਦਾ ਲੈਂਦੇ ਨੇ ਟਰੈਕਟਰ ਵਾਲੇ अच्छा और नहीं ਹਾਂ ਹਾਂ हाँ, हाँ। 4000 ਘੰਟੇ ਦਾ ਲੈਂਦੇ ਨੇ ਤੇ ਉਹ ਤਾਂ ਜੇ 2 ਘੰਟੇ में ਰਹਿਣਾ 8000 ਰੁਪਏ 3 ਲੈਣਾ ਤੇ 12000 ਰੁਪਏ ਜਿੰਨੇ ਘੰਟੇ ਲਵਾਣੇ ਉਤਨੇ ਉਹਨਾਂ 1000 ਗਿਣ ਲੈਣੇ ते किन्ने 1 एकड़ किन्ने घंटे ही ठीक ਇਹ है ਜੀ ਇੱਕ ਜੈਸਾ ਇੱਕ ਏਕੜ ਜੇ ਕੋਈ ਜੇ ਸਾਫ ਹੈ ਤਾਂ ਉਹਦੇ 4 ਘੰਟੇ ਵੀ ਲੱਗ ਜਾਣ ਜਿਹੜਾ ਜ਼ਿਆਦਾ ਹੁੰਦਾ 10 ਘੰਟੇ ਵੀ ਲੱਗ ਜਾਂਦੇ 2-2 ਫੁੱਟ ਹੋਵੇ ਤੇ 2 ਥੱਲੇ ਹੋਵੇ 2 ਉੱਚੀ ਹੋਵੇ ਉਹਦੇ ਤੇ 10 ਘੰਟੇ ਵੀ ਲੱਗ ਸਕਦੇ ਸਰ ਤੇ ਫੀ ਏਕੜ 25-30,000 40,000 ਲੱਖ ਸੀ ਤੇ ਫਿਰ ਏਕੜ ਚ ਫਿਰ ਉਹਦੇ ਅੰਦਰ ਕੋਈ ਫਸਲ ਜੀ ਉਹ ਤਿਆਰ ਸੀ ਤਿਆਰ ਮੋੜ ਅੱਗੇ ਫਸਲ ਗੜਸਾਂਗੇ ਮਟਰ ਸੀ ਗਿਆ ਆਲੂ ਸੀ ਗਿਆ ਅਗਾ ਖੁਦਾ ਬਿਹਤਰ ਜਾਣੇ ਕੀ ਰੇਟ ਲਗਸੀ ਕੀ ਨਾ ਲਗਸੀ ਮੋੜ ਭਾਵੇਂ ਘਾਟਾ ਪਉਸੀ ਭਾਵੇਂ ਮੁਨਾਫਾ ਸੀ ਇਹ ਖੁਦਾ ਕੋਲ ਹੈ ਹੈ ਖੁਦਾ ਤੇ ਹੁਣ ਜਿਹੜੀ ਮੁੰਜੀ ਲੱਗੀ ਸੀ ਉਹ ਤਬਾਹ ਹੋ ਇਹ ਜੀ ਜੀ ਸਰ ਤਬਾਹ मक्की भी खत्म हो गई तेल भी खत्म हो गए मुंजी भी खत्म हो गई ਤੇ ਹੁਣ ਪੈਸੇ ਹੈ ਨੇ ਤੁਹਾਡੇ ਕੋਲ ਅੱਜ अल्लाह वारे से जी सच्ची मांग पेन करनी ਮੰਗ ਪੰਗ ਸਰ ਸਾਨੂੰ ਹਫਤੇ ਦਾ ਖਾਣਾ ਇਸ ਹਿਸਾਬ ਹੋਰਾਂ ਦਿੱਤਾ ਹੈ ਅੱਗੇ ਕੀ ਕਰ ਸੋ ਪਿੱਛੇ ਤੇ ਲੱਭ ਗਿਆ ਖਾਣਾ ਅੱਗੇ ਤੇ ਸਾਰੀ ਉਮਰ ਤੇ ਹਕੂਮਤ ਨੇ ਖਾਣਾ ਨਹੀਂ ਨਾ ਦੇਣਾ ਅੱਗੇ ਆਪਣੀ ਮਜ਼ਦੂਰੀ ਕਰਸਾਂ ਤੇ ਜਿਹੜੇ ਕਾਸ਼ਤ ਕਰਦੇ ਨੇ ਉਹਨਾਂ ਦਾ ਕੀ ਬਣਤੀ ਉਹਨਾਂ ਦਾ ਵੀ ਖੁਦਾ ਵਾਰਿਸ जेड़े कार आवें हो वो भोन बनी से जेड़े बेकार हो वो मजदूरी ते लग जाते 3 आदमी हैं तो एक भोन बनी सी 2 मजदूरी करते अच्छा तेल वगैरह लेके ट्रैक्टर दे के तो किराया दे के तो आबाद करसा मालकां तो 1 रुपया नहीं छड़ना उन्हें साल का ठेका एडवांस ले ले वो बंदे छोटे मुकद्दा असी की करें ऐसा कोई मिट्टी सट्टी नाज़रीन ये एक बात है कि जिन लोगों ने जो हमारे गरीब काश्तकार हैं जिन्हें हम हारी भी कहते हैं या मुजारे भी कहते हैं उन्होंने अगर ठेके पर ज़मीन ली हुई है लैंडलॉर्ड से फ्यूडल से तो उसने ठेका एडवांस लिया हुआ था अब फसलें तबाह हो गई हैं वो तो ठेका माफ़ नहीं कर रहा ना वो पैसे रिफ़ंड कर रहा है अगली फसल लगाने के पैसे नहीं हैं जो मैं ठठा मोचिया में लोगों से बात कर रहा हूँ सवाल ये है कि वो फिर अगले साल इनसे ठेका मांगेगा नहीं तो इनसे ज़मीन लेकर किसी और को दे देगा अभी ज़मीन को काबिल काश्त बनाने के लिए फ़ी एकड़ 30-40 हज़ार रुपया इनको चाहिए उसमें से जो दरिया मिट्टी छोड़ गया है उस मिट्टी को जब तक नहीं निकाला जाएगा वो ज़मीन दोबारा काबिल काश्त नहीं होगी तो उसके लिए इनके पास वो 30-40 अगर कोई 20 एकड़ पे कर रहा है कोई 30 एकड़ पे कर रहा है और 40,000 एकड़ हो तो आप हिसाब लगा लें उसको कितने लाखों रुपए चाहिए अपनी वो 10 एकड़ 20 एकड़ 25 एकड़ ज़मीन दोबारा काबिल काश्त करने के लिए इसका हल क्या हुकूमत के पास है या इन लोगों के पास है ये एक अहम सवाल मेरे सामने आया है जब मैं सैलाब के उस पहले गांव में पहुंचा हूं जहां से पानी जा चुका है ते आखिरी सैलाब जो 2014 च आया सी जी उदों की कीता सी उदों जी बाहर निकल गया से पेंड नहीं फिर ज़मीन दा की कीता उदों छाड़ के घरों घरी बाहर नहीं आ गए। दोबारा ਉਹਦੇ ਤੇ ਕਾਸ਼ ਕਰਨ ਲਈ ਉਦੋਂ ਟਰੈਕਟਰ ਫੇਰਿਆ ਸੀ ਕੀ ਕੀਤਾ ਸੀ ਸਰ ਉਹ ਜਦੋਂ ਜ਼ਮੀਨ ਹੈ ਨਾ 14 ਵਾਲਾ ਸਲਾਬ ਗਿਆ ਨਾ ਬਾਅਦ ਵਿੱਚ ਮੋੜੇ ਸਾਂ ਟਰੈਕਟਰ ਫੇਰੇ ਜ਼ਮੀਨ ਤਿਆਰ ਕੀਤੀ ਅੱਲਾਹ ਉਦੋਂ ਪਾਕ ਕਿਸੇ ਨੇ ਪੈਸੇ ਦਿੱਤੇ ਜਾਂ ਪੱਲਿਓ ਹੀ ਕੀਤੇ ਨਹੀਂ ਆਪਣੇ ਪੱਲਿਓਂ ਕੀ ਦਿੱਤੇ ਆ ਅੱਛਾ ਜੀ ਪੱਲਿਓਂ ਫਸਲਾਂ ਦੇ ਦਿੱਤਿਆਂ ਨੇ ਥੋੜੇ ਬਾੜੇ 10-10 ਹਜ਼ਾਰ ਰੁਪਇਆ ਏਕੜ ਦਾ ਦਿੱਤਾ ਨੇ ਕਿੰਨੇ ਹੁਕੂਮਤ ਦਿੱਤਿਆ ਉਦੋਂ ਉਦੋਂ 2014 ਚ 14 ਚ ਅਦਰ ਮਤਲਬ 2014 ਜਿਹੜੀ ਹੁਕੂਮਤ ਸੀ ਉਹਨੇ 10,000 ਰੁਪਏ ਏਕੜ ਦਿੱਤਾ ਸੀ ਕਿ ਜ਼ਮੀਨ ਦੁਬਾਰਾ ਕਾਬਲੇ ਕਾਸ਼ਤ ਬਣਾ ਲਓ ਜੀ ਜੀ किसी 10,000 किसी ने मिला किसी ने 5,000 मिला जिमें जिमें जमीन पटवारी वेख के तो लिख के ਅੱਛਾ उस तरह ਤੇ मेहरबानी ਤੁਹਾਨੂੰ ਹੁਣ ਵੀ ਤੁਹਾਡਾ ਮਤਲਬ ਹੁਣ ਫੀ ਏਕੜ ਕਿੰਨੇ ਪੈਸੇ ਗਵਰਨਮੈਂਟ ਦੇਵੇ ਤੇ ਦੁਬਾਰਾ ਕਾਬਲੇ ਕਾਸ਼ਤ ਨਾ ਦੀ ਮਿਹਰਬਾਨੀ ਭਾਵੇਂ ਜਿਤਨੇ ਦੇਵਣਾ ਨਹੀਂ ਨਹੀਂ ਜ਼ਰੂਰਤ ਕਿੰਨੇ ਪੈਸੇ ਦੀ ਹੈ ਜ਼ਰੂਰਤ ਹੁਣ ਆਪ ਸਰ ਵੇਖ ਸਕਦੇ ਹੋ ਕਿ ਇਤਨੀ ਜਿੱਥੇ 30,000 40,000 ਉਹ ਜ਼ਮੀਨ ਦੇ ਉੱਤੇ ਲੱਗਣਾ ਹੈ ਤਿਆਰ ਕਰਨੀ ਹੈ ਅੱਗੇ ਫਸਲ ਵੀ ਕੱਢਣੇ ਨੂੰ वो जी पटवारी की मेहरबानी होनी वो वेख के लिख सी भाई इस जमीन में इतने पैसे चाहिए इसमें इतने चाहिए वो पटवारी की मेहरबानी वो लिख के को बन देवे पटवारी मेहरबानी ना करे थे वो जी वो कहाँ लिख के देवे तो उनकी मेहरबानी है जो मरिया निमार नू ना इतला देवे तो उन्हें की पता भाई कितने नुकसान हो गया अच्छा पहली गल तो है कि मरीम नवाज ਨੂੰ ਪਤਾ ਲੱਗੇ ਕਿ ਨੁਕਸਾਨ ਹੋ ਗਿਆ जी हाँ ਠੀਕ ਹੈ ਨਾ ਤੇ ਉਹ ਪਟਵਾਰੀ ਨੇ ਦੱਸਣਾ ਹੈ जी हाँ पटवारी लिख के उन्हें देना था उन्हें पता लगना भाई गरीब तलका ना ਅਫਸਰ ਤੇ ਪਟਵਾਰੀ ਹੋਇਆ ਨਾ ਫਿਰ जी हाँ
ठीक है ना। जी हाँ पटवारी शोले को घरों नहीं देने और सबको भी मेहरबानी करा के देने। कितों शुरू होना है? पटवारी साहब होਰਾਂ ਕੋਲੋਂ पटवारी तो जी शुरू है। हाँ जी ਜਿਹੜਾ 2014 ਜੀ ਆਇਆ ਨਾ ਸਲਾਹ ਉਸ ਮੇਰੇ 9 ਕਿੱਲੇ ਰਕਬਾ ਦਰਿਆ ਦੇ ਵਿੱਚ ਆ ਹਾਂ। ਉਹ ਮੰਦਰ ਸਾਹਿਬ ਮੇਰੇ 9 ਕਿੱਲੇ ਰਕਬਾ ਹੈ ਮੱਕੀ ਲੱਗੀ ਆਈ हाँ ਤੇ ਉਸ ਆ ਕੇ ਮੈਂ ਕਿਹਾ ਮੇਰੇ ਲਿਖਾ ਦੇ ਮੇਰੇ ਨਾਂ ਗਲਦੌਰੀ ਵੀ हाँ ਗਲਦੌਰੀ ਵੀ ਜਿਸ ਲਈ ਮੈਂ ਪੈਸਾ ਵਾਸਤੇ ਗਿਆ ਉਹਨਾਂ ਕੇ ਮਾਲਕ ਲੈ ਕੇ ਆ ਗਿਆ ਸਾਨੂੰ ਕੋਈ ਨਾ ਦਿੱਤਾ ਜਿਹੜਾ ਜ਼ਮੀਨ ਦਾ ਮਾਲਕ ਹੈ ਉਹਨੂੰ ਪੈਸੇ ਮਿਲਦੇ ਨੇ, ਮਜ਼ਾਰੇ ਨੂੰ ਨਹੀਂ ਨਹੀਂ ਮਿਲਦੇ। ਮਿਲਦੇ ਤੇ ਨੁਕਸਾਨ ਤੇ ਮਜ਼ਾਰੇ ਦਾ। ਮਜ਼ਾਰਾ ਜੀ ਇਹੀ ਪੈਂਦਾ ਵੀ ਇਹਨਾਂ ਦਾ ਕਿਹੜਾ ਗੁਨਾਹ ਹੈ। ਉਹ ਮਾਲਕ ਜਿਹੜੇ ਤਕੜੇ ਹੁੰਦੇ ਨੇ ਆਂਦੇ ਤੂੰ ਛੋੜ ਦਵਾਂਦੇ ਨੇ ਉਹ ਆਪਣਾ ਹੈਡ ਮਰਾਲੇ ਤੋਂ ਟੁਰਿਆ ਪਾਣੀ ਤੇ ਕਰਾਚੀ ਤੇ ਤਬਾਹ ਹੋ ਗਏ ਸੀ ਕਈ ਨੂੰ ਕਹਿੰਦੇ ਤੈਨੂੰ ਕੋਈ ਵੱਖਰੀ ਸਲਾਬ ਪੈ ਗਿਆ ਇਹ ਮਾਲਕ ਆਂਦੇ ਆਂਦੇ, ਅਸੀਂ ਤੁਹਾਨੂੰ ਕਿਹਨੂੰ ਵੱਖਰਾ ਛੋੜ ਸਲਾਹ ਦੇਵੀ, ਪੈ ਕਿਹਨੂੰ ਛੋੜ ਦੇਵੀ ਅਸੀਂ ਠੇਕਾ ਹਾਂ ਜੀ। ਠੇਕਾ ਬਈ ਕਿਹਨੂੰ ਛੋੜ ਦੇਵੀ ਬਈ ਹਿੰਦੁਸਤਾਨ ਤੋਂ ਸਲਾਬ ਟੁੱਟਦਾ ਤਾਂ ਸਾਰੇ ਮੁੜ ਛੱਡ ਦਿੰਦੇ ਨੇ, ਅਸੀਂ ਕਿਉਂ ਛੱਡੀਏ? ਜੇ ਜ਼ਮੀਨ ਛੱਡ ਨੁਕਸਾਨ ਹੋਇਆ ਤੇ ਦਿੰਦੇ ਆ ਜੇ ਸਾਰੇ ਤਮਾਮ ਨਾ ਹੋਇਆ ਤੇ ਮੁੜ ਕੇ ਦੇਣਾ ਸਾਡੇ ਨੂੰ ਕੋਈ ਨਾ ਦੇ ਤੇ ਹੁਣ ਮਸਲੇ ਦੋ ਨੇ। ਜੀ ਇੱਕ ਤੇ ਮਾਲਕ ਨੁਕਸਾਨ ਨਹੀਂ ਛੱਡਦਾ, ਨਹੀਂ ਛੱਡਦਾ। ਨਹੀਂ ਛੱਡਦਾ। ਜੀ ਆ। ਦੂਸਰਾ ਹਕੂਮਤ ਪੈਸੇ ਮਾਲਕ ਨੂੰ ਦਿੰਦੀ ਹੈ, ਮਜ਼ਾਰੇ ਨੂੰ ਨਹੀਂ ਦਿੰਦੀ। ਮਜ਼ਾਰੇ ਨਹੀਂ ਦਿੰਦੇ ਹੁਣ ਇਹ ਦੇਖੋ ਤਲਾਬ ਬਣਿਆ ਪਿਆ ਇਹ ਝੀਲ ਬਣੀ ਪਈ ਇਸ ਨਹੀਂ ਸੁੱਕਣਾ 2 ਮਹੀਨੇ ਹੀ ਪਾਣੀ ਇਹ ਜਿਸ ਠੇਕਾ ਲਿਆ ਉਸ ਕਿਦੋਂ ਕਰਤੇ ਪੂਰਾ ਕਰਨੇ ਉਹ ਵੀ ਨੁਕਸਾਨ ਠੇਕੇਦਾਰ ਦਾ ਹੀ ਹੈ ਮਜ਼ਾਰੇ ਦਾ ਹੀ ਹੈ। ਮਜ਼ਾਰੇ ਦਾ ਹੈ। ਆਲੂ ਗੜਨੇ ਮਟਰ ਗੜਨੇ ਇਹ ਚੀਜ਼ ਸਾਡੇ ਕੋਲ ਫਸਲ ਹੁੰਦੇ ਹਾਂ। ਤੇ ਉਹ ਹੁਣ ਨਾ ਵੱਤੇ ਰਾਵੇਂ ਤੇ ਕੀ ਕਰ ਸਕ ਉਹਨਾਂ ਨੇ ਸਭ ਕੋ ਪਾਣੀ ਗੱਲਿਆ ਅੱਛਾ ਜੀ ਹਾਂਜੀ ਵੇਖੋ ਨਾ ਸਾਹਮਣੇ ਦਿਖਾਓ ਨਾ ਜੀ। ਤਬਾਹ ਹੋਇਆ ਪਿਆ ਬੈਠੇ ਵੀ ਤੇ ਦਰਿਆ ਦੇ ਵਿੱਚ ਹੀ ਹੋ ਨਾ ਤੁਸੀਂ। ਵਾਹ ਕਾਹ ਨਹੀਂ ਹੋਰ ਜੇ ਅਸੀਂ ਹੁਣ ਕਿਤੇ ਜਾਵੀਏ ਹੂੰ ਹੋਰ ਜੇ ਅਸੀਂ ਜਾ ਨਹੀਂ ਸਕਦੇ ਕਿਤੇ ਤੇ ਇਤਨੀ ਗੁੰਜਾਇਸ਼ ਨਹੀਂ ਬਸ ਜ਼ਮੀਨ ਖਰੀਦ ਕੇ ਅਗਾਂ ਬਾਹਰ ਮਕਾਨ ਪਾ ਲਈਏ। ਪਰ ਉਹ ਕਹਿੰਦੇ ਨੇ ਸੈਲਾਬ ਤੇ ਹੁਣ ਹਰ ਸਾਲ ਆਣਾ ਹੈ। ਪਾਕਿਸਤਾਨ ਦਾ ਨਾ ਮੌਸਮ ਬਦਲ ਗਿਆ ਹੈ। ਅੱਲਾਹ ਇੱਥੇ ਬਾਰਿਸ਼ਾਂ ਵੀ ਬਹੁਤੀਆਂ ਹੋਣੀਆਂ ਨੇ, ਇੱਥੇ ਸੈਲਾਬ ਵੀ ਜ਼ਿਆਦਾ ਆਣੇ ਨੇ, ਅੱਲਾਹ ਪਾਕ ਮੌਸਮ ਬਦਲ ਗਿਆ ਹੈ। ਅੱਲਾਹ ਪਾਕ ਹੀ ਜੀ ਮਾਫ ਕਰਨੇ। ਸਾਡੇ ਕੋਲ ਕਹਿਰੀ ਨਹੀਂ ਕੋਈ ਔਰ ਮੈਂ ਸਾਨੂੰ ਆਸਰਾ ਕਰਿਆ ਤੇ ਚਲੋ ਅਸੀਂ ਬਾਹਰ ਪਾਲ ਵੀ ਜਾਂਦਾ ਸਾਡੇ ਕੋਲ ਤਾਂ ਗੁੰਜਾਇਸ਼ ਹੀ ਨਹੀਂ ਨਹੀਂ ਤੇ ਉਹ ਕਹਿੰਦੇ ਨੇ ਅਗਲੇ ਸਾਲ 22% ਬਾਰਿਸ਼ਾਂ ਵੱਧ ਹੋਣੀਆਂ ਨੇ। ਅੱਲਾਹ ਜੀ ਮਾਫ ਕਰ ਸੇ ਗਿਆ। ਹੂੰ 22% ਜੇ ਸੈਲਾਬ ਬਹੁਤ ਆਇਆ ਫਿਰ ਕੀ ਕਰ ਸੋ? ਅੱਲਾਹ ਵਾਰੇ ਸੇ ਜੀ ਮੋਰ ਇੱਕ ਤਾਂ ਬਾਹਰ ਨਿਕਲ ਇਨਸਾਨ ਪਹਿਲੇ ਮੋੜ ਬਾਅਦ ਇਹ ਡਾਇਆ ਗਿਆ ਨਹੀਂ ਬਾਹਰ ਤੇ ਨਿਕਲ ਗਏ ਪਰ ਵਾਪਸ ਤੇ ਆਣਾ ਹੈ ਨਾ ਆਣਾ ਅੱਗੇ। ਮੋੜ ਡੱਠੇ ਨੇ ਮੋੜਨ ਸ਼ੁਰੂ ਕਰ ਸਾਹਮਣੇ ਹੋਰ ਕੀ ਹੋਰ ਸਾਡੇ ਕੋਲ ਤਾਂ ਹੈ ਨਹੀਂ ਬਾਹਰ ਬਸ ਜਾ ਕੇ ਬਾਹਰ ਤੁਹਾਡੇ ਪਿੰਡ 'ਚ ਕਿਸੇ ਕੋਲ ਟਰੈਕਟਰ ਹੈ? ਹਾਂਜੀ ਕਿੰਨੇ ਟਰੈਕਟਰ ਨੇ? 4-5 ਆएंगे 4-5 ਹੈ ਨੇ। ਉਹ ਇੱਕ ਦੂਜੇ ਦੀ ਜ਼ਮੀਨ ਤੇ ਮੁਫਤ ਚਲਾਉਣ ਨੂੰ ਤਿਆਰ ਨਹੀਂ। वो जी मुखा चलाने में तो तेल तो जी घटना ही पाना है। तेल के बगैर तो चल नहीं सकता। ਉਹਨਾਂ ਨਾਮ एक जो इमदाद करते हैं ਹਾਂ एक जो डाल के पा गया मुड़ दूए ने मुड़ जो तेल तो पाना है। ਤੇਲ ਤੇ ਪਾਣਾ ਪੈਣਾ। जी हाँ ਇੱਕ ਘੰਟੇ 'ਚ ਟਰੈਕਟਰ ਕਿੰਨਾ ਤੇਲ ਖਾ ਲੈਂਦਾ ਹੈ? ਇੱਕ सवेरे सवेरे ट्रैक्टर चले ना शाम तक जी चलता रहे 18 लीटर 20 लीटर तेल पी जाता। निक्के ट्रैक्टर हैं जी। ਨਿੱਕੇ ਟਰੈਕਟਰ ਹੈ। जी हाँ ਤੇ ਜਿਹੜਾ ਉਹ ਲੇਜ਼ਰ ਵਾਲਾ ਹੈ ਉਹ ਕੀ ਕਰਦਾ ਹੈ? ਉਹ ਜੀ ਲੇਜ਼ਰ ਵਾਲਾ ਕੋਈ ਇਸ ਪਿੰਡ 'ਚ ਹੈ? नहीं ਨਹੀਂ जी ਜੀ कोई। ਹੋਰ ਮੰਗਵਾਉਂਦੇ ਆ ਉਹ ਬਾਹਰੋਂ ਮੰਗਵਾ ਮੰਗਵਾਉਂਦੇ ਜੀ ਉਹਦਾ ਕੀ ਉਹ ਕਿਰਾਇਆ? 3000 ਰੁਪਏ ਲੈਂਦੇ ਘੰਟੇ ਦਾ ਘੰਟੇ ਦਾ। ਜੀ ਤੇ ਇੱਕ ਘੰਟੇ 'ਚ ਇੱਕ ਏਕੜ ਨੂੰ एक घंटे की जमीन सवारी होवे तो मोड़ तो 2 घंटे लगते हैं जे नीवी ची होवे तो मोड़ ज्यादा लग जाते 4-4 5-5 घंटे भी लग जाते हैं अपनी मोड़ ਲੇਜ਼ਰ ਵਾਲੇ ਨੂੰ। जी ਠੀਕ ਹੈ। ਅੱਲਾ ਤੁਹਾਡੇ ਲਈ ਬਿਹਤਰੀ ਕਰੇ। ਸਾਨੂੰ ਇਹ ਸਲਾਬ ਦੇ ਵਿੱਚ ਅਫਸਰਾਨ ਵੀ ਪਟਵਾਰੀ ਸਾਹਿਬ ਵੀ ਬੜਾ ਤਾਵਨ ਕੀਤਾ ਹੈ, ਸਾਨੂੰ ਖਾਣਾ ਦਿੱਤਾ ਨੇ, ਮੱਝੀਆਂ ਕਣ ਸਾਨੂੰ ਅੱਗੇ ਕੀ ਕਰ ਦਿੱਤਾ ਸੈਂ? ਨੇ। ਅੱਗੇ ਅੱਲਾਹ ਵਾਰਿਸ ਤੇ ਸਾਡੀ ਇਮਦਾਦ ਮੋੜੇ ਸ਼ਕਰ ठीक है। ਅਫਸਰ ਜਿੰਦੇ ਨੇ ਅੱਲਾਹ ਸਾਈਂ नाजरीन यहाँ मैं लूँगा ब्रेक। ब्रेक से वापस आते हैं, गुफ्तगू जारी रखेंगे। यहाँ लेंगे एक ब्रेक। ब्रेक के बाद खुश आमदेद नाजरीन। अभी मैं ठट्ठा मोचिया में हूँ। हम यहाँ कुछ एक घर के अंदर आए हैं जिसके अंदर पानी आया था और मेरे साथ खातून है इस घर की जो मालकन है, उनसे बात करते हैं। पानी आया सी घर च? ਜੀ ਪਾਣੀ ਘਰ ਦੇ ਵੜ ਗਿਆ ਸੀ ਤੇ ਕੱਦਾਂ ਤਰਾਵੇਂ ਗਈਆਂ ਆ ਵੇਂਦੇ ਪੈਣ ਅੱਖੀ ਨਾਲ ਸਮਾਨ ਸਮੂਨ ਅਸਾਂ ਕੱਢ ਲਿਆ ਜੀ ਤੇ ਬੱਚਿਆਂ ਬੁੱਚਿਆਂ ਨੂੰ ਮਸੇ ਕੱਢਿਆ ਸਾਰੇ ਆਤੇ ਦੇ ਵਿੱਚ तो हुण ਪਾਣੀ ते ਭਰ वापस ਗਿਆ। आ गए हो ना घर च? ਜੀ ਆ ਗਏ ਵਾਪਸ ਮੁੜ ਕੇ कोई खास नुकसान तो नहीं होया? ਜੀ ਕੋਈ ਨਹੀਂ ਹੋਇਆ बस बचत हो गई है ना। ਆ ਬਚਾ ਤੋ ਹੋ ਗਈ कार अपनी जगह ठीक है ਠੀਕ ਹੈ ਤੇ ਸਮਾਨ ਤੁਸੀਂ ਸਾਰਾ ਲੈ ਗਏ ਸੋ? ਸਾਰਾ ਕੱਢ ਕੇ ਬੰਦ ਤੋਂ ਪਰਾਂ ਲੈ ਗਿਆ ਬੰਦ ਤੋਂ ਸਮਾਨ। ਪਰਾਂ ਲੈ ਗਏ ਸੋ? ਜੀ ਆ ਹੁਣ ਸਾਰਾ ਸਮਾਨ ਵਾਪਸ ਆ ਕੇ ਲਾ ਦਿੱਤਾ ਹੈ? ਜੀ ਆ ਅਜੇ ਕੋਈ ਮੰਜੀਆਂ ਮੁੰਜੀਆਂ ਵੀ ਲੈ ਗਏ ਸੋ? ਜੀ ਆ ਮੰਜੀਆਂ ਮੁੰਜੀਆਂ ਆਸ਼ਾ ਲੈ ਗਿਆ ਹਰਸ਼ਾ ਲੈ ਗਏ। ਬਾਲਾਂ ਬੂਲਾਂ ਕੱਢ ਲਿਆ ਸੀ ਪਾਣੀ ਵੜ ਗਿਆ ਅੰਦਰ ਹੂੰ ਆਪਣੀ ਅੱਖੀ ਨਾਲ ਡਿੱਠਾ ਨੇ ਤਰੇੜਾਂ ਪਾ ਗਈਆਂ ਘਰ ਦੇ ਠਾ ਬੈਠੀ ਪਈ ਹੈ ਕਾਰ ਦੇ ਅੰਦਰ ਤੇੜੇ ਨਾ ਪੈ ਗਈਆਂ ਜੀ, ਪਾਣੀ ਆ ਦੇ ਨਾਲ। ਪਾਣੀ ਤੋਂ ਤੇ ਹੁਣ ਕਾਰ ਮੁਰੰਮਤ ਕਰਾਉਣਾ ਪਏਗਾ? ਜੀ ਆ ਮੁਰੰਮਤ ਕਰਾਣਾ
ਤੇ ਤੁਹਾਡਾ ਬੰਦਾ ਕੀ ਕਰਦਾ ਹੈ? ਸੱਜੀ ਮਜ਼ਦੂਰੀ ਕਰਦਾ ਮਜ਼ਦੂਰੀ ਕਰਦਾ ਜੀ। ਤੁਸੀਂ ਕੀ ਕਰਦੇ ਹੋ? ਅਸੀਂ ਆ ਘਰੇ ਅੱਛਾ ਕਾ ਦਿਹਾੜੀ ਦਾ ਲੱਭਾ ਤੇ ਘਰ ਬੈਠਾ ਨਾ ਲੱਭਾ ਤਾਂ ਨਾ ਕੀਤੀ ਨਾ ਕੀਤਾ ਹਾਂ। ਤੇ ਜਾਨਵਰ ਕਿੰਨੇ ਤੁਹਾਡੇ ਕੋਲ? ਡੰਗਰ ਕਿੰਨੇ? ਦੋਵੇਂ ਮੈਂ ਕਟੀਆਂ ਰੱਖੀਆਂ ਨੇ ਹਿੱਸੇ ਦੇ ਉੱਤੇ ਅੱਛਾ ਹਿੱਸੇ ਦੇ ਉੱਤੇ। ਹਿੱਸੇ ਤੇ ਰੱਖੀਆਂ ਨੇ। ਹਿੱਸੇ ਤੇ ਕੀ ਹੁੰਦਾ ਹੈ? हिस्से ते अद्वात मुझ जैसे ब्रह्म पे चढ़े ढोर सूवे उसे अद्वात जी अद्वात तो दो कटियां ने ਤੁਹਾਡੇ ਕੋਲ हिस्से थे। हिस्से ते नाज़रीन अब अगले गांव की तरफ चलते हैं। ठट्ठा मोचियां से अब अगले गांव की तरफ चलते हैं। नाज़रीन अब मैं पहुंच गया हूं बुर्ज कौड़ा महल, मौजा मुस्तफ़ाबाद और ठट्ठा ड्योरा। इस गांव का नाम है ठट्ठा ड्योरा। बुर्ज इसका बुर्ज कौड़ा महल और मौजा मुस्तफ़ाबाद। इस गांव में भी पानी आया और पानी के बाद लोग अब वापस पहुंच गए हैं। अल्लाह बख्श जी पानी आया? पानी आया वाइयां मंजा गया हाँ? वाइयां मंजा गया वंज वंज आ गया? वाइयां मंजा क्या? गया। हर शाही फसल सारा मंजा गया फसल सारी बन जा लिया उद बाद ਜਿਹੜੀ ਮਦਦ ਹੈ ਉਹ ਸਾਨੂੰ ਪਹੁੰਚ ਗਈ ਹੈ ਸਾਨੂੰ ਬੜੀ नहीं अगे की कर से अब अल्लाह बख्श ਅੱਲਾ ਦੇ अल्लाह से किन्नी की करना है अल्लाह बख्श तो जमीन है ਜੀ ਆ ਜ਼ਮੀਨ किन्नी जमीन है ਜ਼ਮੀਨ हैं ਸਾਏ ਜ਼ਮੀਨ किन्नी जमीन है? ਇੱਥੇ ਜ਼ਮੀਨ ਦੇ ਤੇ ਖੱਟੇ ਦੇਵੜਿਆਂ ਦੇ ਤੇ ਮੌਦੇ ਦੇ ਵਿੱਚ ਉਹ ਕਿਸੇ ਦੀ 10 ਕਿੱਲੇ ਕਿਸੇ ਦੀ 20 ਕਿੱਲੇ ਕਿਸੇ ਦੀ 15 ਕਿੱਲੇ तेरी किन्नी ਠੇਕੇਦਾਰ ਆ ਠੇਕੇ ਤੇ ਲਈ। जमीन ठेके ते लेती ਜੀ हुई? ਆ। किन्ना ठेका देना है फी एकड़? ਮੈਂ ਜੀ 2 ਲੱਖ ਲੈਂਦਾ 2 लाख फी एकड़ साल दा। ते ठेका एडवांस देना है? ਕਦੀ ਐਡਵਾਂਸ ਲੈ ਲੈਂਦੇ ਬੜਾ ਐਡਵਾਂਸ ਲੈਂਦੇ ते किन्नी जमीन है तेरे कोल? 10 एकड़? ਮੇਰੇ ਕੋਲ 2 ਕਿੱਲੇ ਦਾ 2 एकड़ की लगा सी 2 एकड़ ते? ਮੰਜੀ ਲਾਈ मुंजी लाई मुंजी रुड़ गई ਹਾਂ ਬਿਲਕੁਲ ਮੰਜੀ ते हुन दोबारा आलू मटर लास है? ਉਹ ਜੇ ਲੱਗੇ ਤਾਂ ਲਾਉਣੇ ਤੇ ਜਿੰਨਾ ਲੱਗੇ ਤਾਂ ਪਾਣੀ ਹਟ ਗਈ ਜ਼ਮੀਨ ਖਰਾਬ ਹੋ ਗਈ ਹੋਈ ਹੈ ਜੇ ਪਾਣੀ ਹਟਿਆ ਤਾਂ ਮੜ ਵਗਸੀ ਨਹੀਂ अते पानी जमीन ते मौजूद है, पिंडों चला गया, ਹਾਂਜੀ ਪਿੰਡ ਚੋਂ ਬਾਹਰ ਹੋ ਗਏ पिंड चो बाहर हो ਜੀ गया। ਆ ਪਾਣੀ ਪਿੰਡ ਚੋਂ ਬਾਹਰ ਹੋ ਗਿਆ ਹੈਂ। ਹੈ ਤੇ ਜ਼ਮੀਨਾਂ ਤਬਾਹ ਹੋਈਆਂ ਪਈਆਂ ਨੂੰ 2,20,000 ਰੁਪਇਆ ਠੇਕਾ ਲੈ ਰਹੇ ਨੂੰ ਤੇ ਮਾਫੀ ਕੋਈ ਨਹੀਂ माफी कोई नहीं? ਐਡਵਾਂਸ ਪਿਓ ਲੈ ਲਿਆ ਹੋਇਆ ਇਹਨੇ ਉਹਨਾਂ ਸਾਨੂੰ ਕੁਛ ਵਾਪੇ ਨਹੀਂ ਦੇਣੀ ਉਹਨਾਂ ਤਾਂ ਆਖਣਾ ਸਾਨੂੰ ਦਿਓ ਠੇਕਾ ਅਗਲਾ ਵੀ ਸਿਮਾਈ ਦਾ हाँ ਸੁਣਿਆ ਕਿ ਇਹ ਜਿਹੜਾ ਜਾਗੀਰਦਾਰ ਹੈ ਜਿਹਦੀ ਜ਼ਮੀਨ ਹੈ, ਹਾਂਜੀ ਜਿਹੜਾ ਠੇਕੇ ਤੇ ਜ਼ਮੀਨ ਦਿੰਦਾ ਹੈ, ਹਾਂਜੀ ਉਹ ਠੇਕਾ ਆਪਣਾ ਵਸੂਲ ਅਗਲਾ ਕਰ ਲਿਆ ਹੋਇਆ ਹੈ 6 ਮਹੀਨਿਆਂ ਦਾ ਤੇ ਅਗਲਾ ਕਿਦੋਂ ਦੇਣਾ ਹੈ? ਅਗਲਾ ਅੱਲਾ ਦੇਣਾ ਹੈ ਫਸਲ ਹੋਇਆ ਤੇ ਤਾਂ ਹੀ ਦੇਣਾ ਕੋਈ ਕੋਈ ਕਿੰਨੀ ਚੀਜ਼ ਕਿੰਨੀ ਕਾਸ਼ ਜ਼ਮੀਨ ਹੈ ਕੀਤੇ। ਤੇਰੇ ਕੋਲ ਠੇਕੇ ਤੇ? ਮੇਰੇ ਕੋਲ 5-7 ਕਿੱਲੇ ਹੀ ਹੈ 5 ਹੈ ਕਿ 7 ਹੈ? ਉਹ 7 ਇੱਕ ਹੀ ਬਣ ਜਾਂਦੇ नहीं 5 हो रहे 7 हो रहे। ਉਹ ਇਤਨੇ ਹੈ ਨਾ ਦੋ ਬਿਲਾਵਾ ਕੋ 5-7 ਕਿੱਲੇ ਹੈ ਨਾ ਇਕੱਠੇ ਵਾਈ ਕਰਦੇ ਪਏ ਉਹ ਸਾਰੇ ਉਹ ਤਬਾਹ ਹੋਏ ਪਏ हाँ ਉਹ ਉੱਕਾ ਦਰਿਆ ਹੇਠਾਂ ਢਾ ਲਈਏ हाँ दरिया ਦੇ ਵਿੱਚ ਚਲੀ ਇਹ ਗਈ ਚਲੇ ਗਏ ਉਹਦਾ ਤਾਂ ਨਾਂ ਨਿਸ਼ਾਨ ਹੀ ਖਤਮ ਜ਼ਮੀਨ ਦਾ। ਜ਼ਮੀਨ ਦਾ ਉਹ ਤੇ ਦਰਿਆ ਚੱਲਦਾ ਪਿਆ ਤੇ ਹੁਣ ਅਜੇ ਤੇ ਦਰਿਆ ਦਾ ਪਾਣੀ ਲੱਥਣ 'ਚ ਟਾਈਮ ਲੱਗ ਸੀ टाइम लगना है महीना डेढ़ लग जाना है इतना ते अगला फसल लेट हो जाते हैं हैं। तो चुप करके घर बह रहता है हो रहा था की करना मजदूरी करता है तो रोटी खाता ਤੇ ਅਜੇ ਤੇ ਲੇਜ਼ਰ ਵੀ ਚਾਹੀਦਾ ਹੈ ਤੇ ਟਰੈਕਟਰ। ट्रैक्टर भी चाहिए लेदर भी चाहिए करा भी वगने नो वो गुंजाइश बनी तो बरता है ना बनी तो खाली पे ही रहते अल्लाह अच्छा के हुक्म ना आखिरी सैलाब किदों आया? 2014 ਵਿੱਚ ਆਇਆ ਅੱਲਾ ਬਖਸ਼ ਤੂੰ ਜ਼ਿੰਦਗੀ 'ਚ ਕਿੰਨੇ ਸੈਲਾਬ ਵੇਖੇ ਨੇ? ਮੈਂ ਜੀ ਟਰਾਈ ਵੇ 3 ਸੈਲਾਬ ਵੇਖੇ ਨੇ। ਕਿੰਨੀ ਉਮਰ ਹੈ? ਉਮਰ ਹੁਣ ਆਪ ਵੇਖ ਲਿਓ ਜੈਸੇ ਜੀ ਪਰਤ ਸਰਤ ਹੋਈ ਮਿਹਨਤ ਮੋੜੇ ਤੇ ਉਸ ਮੈਂ ਇਦਾ ਪਰਤ ਲੋਟੀ ਪਈ ਹਿੰਦੁਸਤਾਨ ਤੇ ਪਾਕਿਸਤਾਨ 47 7-8 ਸਾਲ ਦੇ ਸਾਹਮਣੇ ਠੀਕ ਹੈ ਨਾ। ਤੇ ਹੁਣ 80 ਸਾਲ ਦੇ ਤੇ ਹੋਵੋਗੇ ਤੇ 80 ਸਾਲਾਂ 'ਚ 3 ਸੈਲਾਬ ਵੇਖੇ ਨੇ। ਇੱਕ ਸਨ 50 ਹਾਂ ਇੱਕ 73 ਹਾਂ। ਇੱਕ 88 ਇੱਕ 14 ਵਿੱਚ 14 ਇਹ ਹੁਣ ਪੰਜ ਵਿੱਚ ਪੰਜਵਾਂ ਆ ਗਿਆ ਰਹੇ ਹਮੇਸ਼ਾ ਦਰਿਆ ਦੇ ਵਿੱਚ ਹੀ ਹੋ ਦਰਿਆ ਹੈ। ਅੱਗੇ ਉਸ ਕਦੀ ਵੀ ਦਰਿਆ ਹੈ ਐਸ ਕਦੀ ਵੀ
ਦਰਿਆ ਨਾਲ ਯਾਰੀ ਹੈ ਆਪਣੀ। ਬਿਲਕੁਲ ਜੀ ਹੈਂ? ਦਰਿਆ ਨਾਲ ਯਾਰੀ ਹੈ ਹੈਂ? ਦਰਿਆ ਨਾਲ ਪੱਕੀ ਯਾਰੀ ਹੈ। ਪੱਕੀ ਪਾਣੀ ਲੱਥ ਜਾਏਗਾ, ਰਹਿਣਾ ਦਰਿਆ 'ਚ ਹੀ ਹੈ। ਦਰਿਆ ਵਿੱਚ ਹੀ ਰਹਿਣਾ ਇਨਸ਼ਾਅੱਲਾ। ਸਾਡਾ ਮੁੜ ਕਾਰੋਬਾਰ ਹੀ ਦਰਿਆ ਦਾ। ਕਿਸੇ ਲੈ ਗਿਆ ਕੋਈ ਤੇ ਜਾ ਕੇ ਨਹੀਂ ਮੁੜ ਹੋਈ ਕਿਸਮਤ ਇਹ ਜਿੱਥੇ ਕਿਸਮਤ ਹੋਵੇ ਲੈਣੀ ਹੁਣ ਅੱਗੇ ਉਸ ਕਦੀ ਕਿਸਮਤ ਆ ਹੂੰ। ਉਦੋਂ ਚਾਹਿਆ ਇਸ ਕੇ ਦਿਲੇ ਕਿਆ ਇੱਥੇ ਕਿਸਮਤ ਬਣ ਗਈ ਹੁਣ ਇੱਥੇ ਵੀ ਇੱਥੇ ਕਿੰਨੇ ਸਾਲ ਤੋਂ ਹੋ ਇੱਥੇ? ਇੱਥੇ ਤਕਰੀਬਨ 50 ਸਾਲ ਹੋ ਗਿਆ ਇਸ ਪਿੰਡ 50 ਪਹਿਲੇ ਦਰਿਆ ਦੇ ਉਸ ਪਾਸੇ ਤੋਂ? ਨਹੀਂ ਇੱਥੇ ਦਰਿਆ ਦੀ ਉਹਲੀ ਕੱਦੀ ਤੇ ਉੱਥੇ ਅੱਗਾ ਪਿੰਡ ਹੁੰਦਾ ਸੀ। ਅੱਛਾ, ਉਹ ਦਰਿਆ ਢਾ ਲਿਆ ਤੇ ਉਹ ਦਰਿਆ ਦੇ ਵਿੱਚ ਆ ਗਿਆ। ਵਿੱਚ ਆ ਗਿਆ ਹੁਣ ਮੁੜ ਦੁਬਾਰਾ ਉੱਥੋਂ ਚੁੱਕਿਆ ਤੇ ਇਹ ਤੀਸਰੀ ਜਗ੍ਹਾ ਤੇ ਇੱਥੇ ਆ ਪਹਾੜੀ ਦੇ ਰੋਗ ਨਾਲ ਆ ਕੇ ਬਹਿ ਗਿਆ। ਬਹਿ ਗਏ। ਹੁਣ ਇੱਥੇ ਵੀ ਪਾਣੀ, ਕਿੰਨਾ ਪਾਣੀ ਆਇਆ ਇਸ ਸਾਲ? ਇਸ ਸਾਲ ਤਾਂ ਬਹੁਤ ਜ਼ਿਆਦਾ ਪਾਣੀ ਆਇਆ। ਪਿੰਡ 'ਚ ਕਿੰਨਾ ਪਾਣੀ ਆਇਆ? ਪਿੰਡ ਚੋਂ 4-4 ਫੁੱਟ ਇਹ ਸਾਈਡ ਆਲੋ 5-5 ਫੁੱਟ ਰਿਹਾ ਹੈ। 5-5 ਫੁੱਟ ਰਿਹਾ ਹੈ। ਤੇ ਉਸ ਤੋਂ ਬਾਅਦ ਉਹ ਮਸਜਿਦ ਦੇ ਸਾਹਮਣੇ ਬੰਦ ਟੁੱਟਾ ਸੀ, ਹਾਂ ਪਾਣੀ ਨਿਕਲਣ ਲੱਗ ਪਿਆ ਹੈ। ਹਾਂ ਤੇ ਉਹ ਗਵਰਨਮੈਂਟ ਨੂੰ ਜਾ ਕੇ ਆਖਿਆ ਤੇ ਉਹਨਾਂ ਕਰੈਨਾ ਗਲੀਆਂ ਹਾਂ ਤੇ ਉਹ ਉੱਥੇ ਕੋਈ ਪਿੰਡ ਆਏ ਲੱਗੇ ਟਰਾਲੀਆਂ ਲੈ ਕੇ, ਕੋਈ ਆਪਣਾ ਨੰਬਰਦਾਰ ਹੋ ਕੀਤੀ ਹਾਲਾਤ ਤੇ ਉਹ ਮਤਲਬ ਸੁਰਾਖ ਬੰਦ ਕੀਤਾ। ਨਹੀਂ ਤੇ ਪਾਣੀ ਬਹੁਤ ਪਾਣੀ ਪਿੰਡ ਸਾਰਾ ਡਿੱਗ ਜਾਣਾ, ਡਿੱਗ ਜਾਣਾ। ਇੱਕ ਵੀ ਨਾ ਹੀ ਰਹਿਣਾ ਇੱਥੇ। ਪਰ ਅਗਲੇ ਸਾਲ ਫੇਰ ਪਾਣੀ ਆਇਆ, ਫੇਰ ਕੀ ਕਰਸੋ? ਫਿਰ ਉਹ ਤਾਂ ਹੁਣ ਸਾਡਾ ਮੁਤਾਲਬਾ ਤੇ ਹੈ ਵੀ ਸਾਡਾ ਬੰਨ ਪੱਕਾ ਹੋਵੇ। ਅੱਛਾ, ਬੰਨ ਪੱਕਾ ਕਰ। ਹਾਂਜੀ, ਇਹ ਬੰਨ ਉੱਤੇ ਮਿੱਟੀ ਪਾ ਕੇ ਤੋੜਤਾ ਇਹ ਕਲੀਅਰ ਹੋਵੇ ਤੇ ਸਾਨੂੰ ਨੁਕਸਾਨ ਕੋਈ ਨਹੀਂ। ਪਰ ਫਿਰ ਫਸਲਾਂ ਦਾ ਨੁਕਸਾਨ ਹੈ, ਫਸਲਾਂ ਦਾ ਤਾਂ ਫਿਰ ਘਰ ਦਾ ਨਹੀਂ, ਫਸਲਾਂ ਦਾ ਨੁਕਸਾਨ ਹੋਏਗਾ। ਫਿਰ ਰੋਟੀ ਕਿੱਥੋਂ ਕਾਚੋ? ਰੱਬ ਦੇਗਾ, ਅੱਗੇ ਕਿਹੜਾ ਕੋਈ ਦਿੰਦਾ ਪਿਆ? ਰੱਬ ਦਿੰਦਾ ਪਿਆ। ਸਾਰ ਮਜ਼ਦੂਰੀ ਕਰਕੇ ਰੋਟੀ ਖਾ ਰਹੇ ਆ ਹਾਂ ਤੇ ਮਜ਼ਦੂਰੀ ਕਰਕੇ ਖਾ ਲੈ ਰੋਣ ਘਰ ਬਣਾਉਣਾ ਕੋਈ ਸੌਖਾ ਹੈ? ਸਾਰਾ ਸੀ ਇੱਥੇ ਬੈਠੇ ਆ, ਲਾਮਾਂ ਤੋਂ ਫਸਲਾਂ ਖਰਾਬ ਹੋ ਗਈਆਂ ਤੇ ਹੁਣ ਬੈਠੇ ਆ ਜੇ ਕੋਈ ਸ਼ਾਇਦ ਕਿਸੇ ਦੀ ਡੋਕ ਪਈ ਤੇ ਦੇ ਛੱਡਸੀ ਨਹੀਂ ਤਾਂ ਅੱਲਾਹ ਪਾਕ ਦਿੰਦਾ ਪਿਆ ਤੇ ਖਾਂਦੇ ਪਿਆ। ਔਰ ਸਾਨੂੰ ਮਜ਼ਦੂਰੀ ਜਿਹੜੀ ਕਰਤਾ ਮਿਲਾ ਦੇ ਉਹ ਮਜ਼ਦੂਰੀ ਹੁਣ ਜਗ੍ਹਾ ਲਈ ਨਹੀਂ ਜਾਂਦੀ, ਇੱਟਾਂ ਪੱਟੀਆਂ ਨਹੀਂ ਜਾਂਦੀਆਂ, ਬੇਖਰਾ ਚੋਰ ਪਿਆ। ਹੁਣ ਕੀ ਕਰੀਏ? ਕਿੰਨਾ ਨੁਕਸਾਨ ਹੋਇਆ ਤੇਰਾ? ਮੇਰੀ 12 ਕਿੱਲੇ ਮੁੰਜੀ ਆਈ। 12 ਕਿੱਲੇ ਮੁੰਜੀ ਜ਼ਾਇਆ ਹੋ ਗਏ। ਜਾ ਕੇ ਵੇਖ ਸਕਦੇ ਹੋ ਮੌਜ਼ੇ ਬਾਬੂ ਰਾਤ ਮੇਰੀ 12 ਕਿੱਲੇ ਮੁੰਜੀ ਕਿਸੇ ਬੰਦੇ ਨੂੰ ਪੁੱਛ ਸਕਦੇ ਹੋ। ਹਾਂ ਹਾਂ ਕੋਈ ਬੰਦਾ ਬਾਬੂ ਰਾਤ ਦਾ ਆਈ ਸੁਦਾ ਕੇ ਨਹੀਂ ਖਰਾਬ ਹੋ ਪਾਣੀ ਬੜਾ ਸਾਰਾ 12 ਕਿੱਲੇ ਮੁੰਜੀ ਖਰਾਬ ਹੋ ਗਏ। ਜ਼ਮੀਨ ਤੇ ਤੇਰੀ ਨਹੀਂ ਨਾ, ਠੇਕੇ ਤੇ ਵੇ। ਠੇਕੇ ਲਈ ਇਹ ਜੀ ਜਿਹੜੇ ਠੇਕੇ ਲਈ ਠੇਕਾ ਅਗਲੇ ਐਡਵਾਂਸ ਲਿਆ, ਕੋਈ ਆਕੇ ਬਈ ਨਹੀਂ ਲਿਆ। ਜ਼ਿਮੀਂਦਾਰ ਦੇ ਮੂੰਹ ਤੇ ਸਾਰਾ ਹੀ ਠੇਕੇ ਤੇ ਕਿਸੇ ਦੀ ਆਪਣੀ ਕੋਈ ਜ਼ਮੀਨ ਨਹੀਂ। ਆਪਣੀ ਹੈ ਥੋੜੀ ਤੇ ਹੈ 18 ਕਨਾਲੀ ਬੋਇਆ ਹੈ 5 ਕਿੱਲੇ ਹੂੰ, ਇਹ ਦੂਸਰੇ ਕਿਸੇ ਦੀ ਕਿਸੇ ਦੀ ਵੀ ਨਹੀਂ। ਕਿਸੇ ਸਾਰੇ ਗਰੀਬ ਲੋਕ ਨੇ। 5 ਘਰ ਜਾਂ 10 ਘਰ ਉਸ ਦੇ ਨਦੀ ਤੇ ਜਿਹਦੀ ਜ਼ਮੀਨ ਦਰਿਆ 'ਚ ਚਲੀ ਗਈ ਹੈ, ਹੁਣ ਉੱਥੇ ਕਾਸ਼ ਤੇ ਨਹੀਂ ਹੋਏਗੀ। ਉੱਥੇ ਮੋਟਰ ਸਰਕਾਰ ਚ ਕਿੱਥੇ ਹੋਣੀ ਹੈ? ਇੱਥੇ ਮੇਰੀ 5-6 ਕਨਾਲੀ ਬੋਂਡਾ ਗਈ, ਕੋਈ 12 ਕਨਾਲੀ ਖੜੀ ਆ, ਜਿਹੜੀ ਦਰਿਆ ਲੈਂਦੋ ਗਿਆ ਉਹ ਕਿੱਥੋਂ ਸਾਰ ਨਿਕਲਣੀ? ਵਾਪਸ ਕਦੋਂ ਹੋਣੀ? ਉਹ ਵੇਖੋ ਉਹਦੇ ਕੰਮ ਹੈ ਅੱਲਾਹ ਪਾਕ ਦੇ, ਉਹ ਵਾਪਸ 10 ਵੀ ਸਾਲ 15 ਸਾਲ 20 ਸਾਲ ਵੀ ਲੱਗ ਜਾਂਦੇ ਨੇ, ਉਹ ਜ਼ਮੀਨਾਂ ਨਿਕਲਦੇ ਆ। 10 ਸਾਲ ਲੱਗ ਜਾਂਦੇ ਨੇ। 10 ਸਾਲ ਤੋਂ ਬਾਅਦ ਵੀ ਨਿਕਲ ਜਾਂਦੇ, 20 ਸਾਲ ਤਾਂ ਵੀ ਇਧਰਲਾ ਇਲਾਕਾ ਹੈ ਪਿੰਡ ਵਾਲਿਆਂ ਦਾ ਲਿਆ ਉਹਦਾ, ਉਹ ਆਏ ਤੇ ਹੁਣ ਆਬਾਦ ਹੁੰਦਾ ਪਿਆ। ਹਾਂ ਹੁਣ ਆਬਾਦ ਹੁੰਦਾ ਪਿਆ ਉੱਥੇ, ਮਤਲਬ ਹੈ ਨਾ 8-6 ਸੱਟ ਗਿਆ ਹੈ ਤੇ ਉਹ ਭਾਈਜਾਨ ਉਹ 6-700 ਏਕੜ ਹੈ, ਭਾਵੇਂ ਗਰੀਬ ਹਨ ਜਾਂ ਅਮੀਰ ਹਨ, ਸਾਡੇ ਪਿੰਡ ਵਾਲੇ ਇਹਨਾਂ ਦਾ 6-700 ਏਕੜ ਬੋਇਆ ਠੇਕੇ ਹੀ ਲਈ ਹੋਈ ਨੇ। ਮੁੰਜੀ ਹੈ, ਮਕਈ ਹੈ, ਬਾਜਰਾ, ਜਵਾਰ ਹੈ, ਜਿਹੜਾ ਵੀ ਹੈ ਫਸਲ ਨਾ ਅਰਬੀ ਹੈ ਉਹ ਤਬਾਹ ਹੋ ਗਈ ਹੈ। ਤੇ ਇਸ ਟਾਈਮ ਉਹ ਬੋਏ ਵੀ ਪਤਾ ਕੋਈ ਨਹੀਂ ਬਈ ਮਟਰ ਜਾਂ ਆਲੂ ਗੱਡੀ ਸੜ ਜਾਂ ਨਾ ਗੱਡੀ ਸੜ। ਪਰ ਜ਼ਮੀਨ ਇਹਦੇ ਵਾਪਸ ਵੀ ਨਹੀਂ ਤੈਨੂੰ ਲੱਭਦੀ ਪਈ, ਅਜੇ ਤੇ ਪਾਣੀ ਖਲੋਤਾ ਜ਼ਮੀਨ ਤੇ। ਜੀ ਆ ਖਲੋਤਾ ਹੈ, ਪਰ ਅਜਣ ਮਹੀਨਾ ਡੇਢ ਰਹਿੰਦਾ ਹੈ ਮਟਰੇ ਨੂੰ, ਅੱਲਾ ਕਰਸੀ ਪਤਾ ਨਹੀਂ ਸੁੱਕ ਜਾਵੇ ਪਾਣੀ ਤੇ ਫਸਲ ਗੜੀ ਜਾਵੇ। ਪਰ ਤੇ ਜੇ ਪਾਣੀ ਸੁੱਕ ਗਿਆ ਫਿਰ ट्रैक्टर लेजर सारा कुछ मार जी वो तो मोड़ जी जमीन पद्धर करनी पैनी जी वो तो मेहनत करनी है, पैसे लाने तेल ते यार ड्राइवर खर्चा तेल पानी दा होना ता ही काम होना जी। ते बन भी साडा बिल्कुल डट्ठा पिया, बंद भी डट्ठा पिया जी। आ जेड़ा बन है ना सारा डट्ठा पिया। लोग वापस आ गए ने अपने घरां वापस आ गए, लेकिन हले तिकर जेड़े गिर गए वो तो फिर नहीं ना हले तिकर बने। बेचारे कोई तंबूआं हेठ बैठा, कोई पिंड तो बाहर हले तिकर बैठा, कोई वाड़ियां गवाड़ियां हले बैठा। ते उस तो बाद बाकी पिंड च पानी दाखिल नहीं हो सकता। साडे कोल एक बन है,
ਇਹ ਪਿੱਛੇ ਤੁਸੀਂ ਵੇਖ ਰਹੇ ਹੋ, ਇਹ ਅੱਗੇ ਜਾ ਰਿਹਾ ਬੰਨ, ਇਹ ਮਹਿਕਮਾ ਰੇਲਵੇ ਦਾ ਬੰਨ ਹੈ। ਇਹ ਤਕਰੀਬਨ 1990 ਦੇ ਵਿੱਚ ਜਿਹੜਾ ਨਾ ਇਹ ਬੰਨ ਬਣਾਇਆ ਗਿਆ ਠੀਕ ਹੈ। ਉਸ ਤੋਂ ਬਾਅਦ 1990 ਤੋਂ ਲੈ ਕੇ 2000 ਤੱਕ ਜਿਹੜਾ ਨਾ ਇਹ ਬੰਨ ਦੀ ਦੇਖਭਾਲ ਜਿਹੜੀ ਨਾ ਹੁੰਦੀ ਰਹੀ। ਉਸ ਤੋਂ ਬਾਅਦ ਰੇਲਵੇ ਖਤਮ ਹੋਇਆ ਇੱਥੋਂ, ਇਹਦੇ ਕੋਈ ਕਿਸੇ ਕਿਸਮ ਦਾ ਗਵਰਨਮੈਂਟ ਦਾ ਕੋਈ ਵੀ ਅਮਲਾ ਜਿਹੜਾ ਰੇਲਵੇ ਦਾ ਬੰਦ ਐਤਕੀ ਟੁੱਟਿਆ, ਜਿਹੜਾ ਬੰਨ ਐਤਕੀ ਟੁੱਟਿਆ। ਅੱਛਾ, ਸਾਡੇ ਪਿੰਡ ਦੇ ਦੂਸਰੀ ਪਾਸੇ ਜਿਹੜਾ ਨਾ ਉਹ ਟੁੱਟਿਆ ਬੰਨ। ਠੀਕ, ਉਹ ਟੁੱਟਣ ਤੋਂ ਬਾਅਦ ਅਸੀਂ ਪਹਿਲੇ ਆਪ ਵੀ ਉੱਤੇ ਹੀ ਆਸੇ ਆਪਣੇ ਟਰਾਲੀ ਟਰੈਕਟਰ ਇੱਥੇ ਜ਼ਿਮੀਂਦਾਰਾਂ ਦੇ ਕਾਫੀ ਹਨ ਠੀਕ ਹੈ, ਉਹਨਾਂ ਦੇ ਜ਼ਰੀਏ ਪਹਿਲੇ ਅਸੀਂ ਆਪ ਕੋਸ਼ਿਸ਼ ਕਰਦੇ ਰਹੇ ਹਾਂ। ਡੀਸੀ ਸਾਹਿਬ ਨੂੰ ਜਿਹੜਾ ਮੈਂ ਕਾਲ ਕੀਤੀ ਔਰ ਉਹਨਾਂ ਨੇ ਸਾਡੇ ਨਾਲ ਤਾਮਨ ਕੀਤਾ। ਡੀਟੀ ਸਾਹਿਬ ਨੇ ਫੌਰਨ ਆਪ ਵੀ ਆਏ ਨੂੰ ਏਸੀ ਸਾਹਿਬ ਆਏ ਨੂੰ, ਬਕਾਇਦਾ ਉਹਨਾਂ ਨੇ ਮਸ਼ੀਨਰੀ ਵੀ ਜਿਹੜੀ ਹੈ ਉਹ ਭੇਜੀ ਹੈ। ਭੇਜ ਕੇ ਤਾਂ ਸਾਨੂੰ ਉਹ ਤੋਂ ਉਹਨਾਂ ਨੇ ਨਾ ਬੜੀ ਸਪੋਰਟ ਕੀਤੀ। ਹੁਣ ਤੁਸੀਂ ਚਾਹੁੰਦੇ ਹੋ ਬੰਦ ਨੂੰ ਮਜ਼ਬੂਤ ਕੀਤਾ ਜਾਏ। ਬਾਕੀ ਸਾਡਾ ਕੋਲ ਤਕਰੀਬਨ 6 ਕਿਲੋਮੀਟਰ ਟੋਟਾ ਜਿਹੜਾ ਨਾ ਬੰਦ ਹੈ, 6 ਕਿਲੋਮੀਟਰ ਤਕਰੀਬਨ ਲੰਬਾਈ ਹੈ ਜਿਹਨੂੰ ਮਜ਼ਬੂਤ ਕਰਨ, ਇਸ ਦੇ ਉੱਤੇ ਮਿੱਟੀ ਸ਼ਿੱਟੀ ਪਾ ਕੇ ਮਜ਼ਬੂਤ ਜਿਹੜਾ ਨਾ ਉਹ ਕੀਤਾ ਜਾਵੇ। ਮੇਨ ਮੁਤਾਲਬਾ ਸਾਡਾ ਇਹ ਹੈ ਕਿ ਜਿਹੜਾ ਨਾ ਪਿੰਡ ਨੂੰ ਬਚਾਉਣ ਵਾਸਤੇ ਔਰ ਇਸ ਬੰਦ ਦੇ पक्या करने वास्ते काफ़ी जड़ा ना फसलों का भी वो नुकसान जड़ा ना घट हो अगर आइंदा जड़ा ना सलाह। नाज़रीन आपने सुना है, एक तो बंद का मसला है, लोग कह रहे हैं कि वो बंद जो है उसको 6 किलोमीटर का बंद है उसको मजबूत किया जाए। मसला वही है, लोग जो है वो लोगों की ज़मीन काश्त कर रहे थे, जागीरदार की ज़मीन काश्त कर रहे थे। जागीरदार जो है वो अपने मुजारे को ठेका छोड़ने के लिए तैयार नहीं है और ये जो मुजारा है ये अगली फसल लगाने की पोजीशन में नहीं है। इसकी ज़मीन पर मिट्टी आ गई है, ज़मीन अनईवन हो गई है, इसको लेज़र की ज़रूरत है, इसको ट्रैक्टर की ज़रूरत है। अभी ज़मीनों पे पानी खड़ा है, गांव से पानी निकला है लेकिन जो ज़मीनों में पानी खड़ा है, बहुत सारे लोगों की ज़मीनें तो दरिया खा गया है, अब वो ज़मीनें रही ही नहीं हैं, तो वो लोग अब बेरोज़गार हैं। तो बहुत से ऐसे मसाइल हैं जो सैलाब के बाद हमें नज़र आए हैं। एक तो पानी नज़र आया कि लोग भागे यहाँ से, लोग इवैक्यूएट हुए, जानों का नुकसान नहीं हुआ, लेकिन अब जब लोग वापस आ गए हैं तो उनके आगे पहाड़ जैसी ज़िंदगी है जिससे मैंने आपकी आज मुलाकात कराई है। यहाँ वक्त हुआ है ब्रेक का, ब्रेक के बाद वापस मिलते हैं। ब्रेक के बाद खुश आमदीद नाज़रीन। हम चनियोट में हमने सैलाब के बाद की ज़िंदगी के बारे में आज यहाँ पर लोगों से जाने हैं। मेरे साथ मौजूद हैं डिप्टी कमिश्नर चनियोट सफ़ीउल्लाह गोंदल साहब। अब ज़रा इनसे बात करते हैं। सफ़ीउल्लाह गोंदल साहब, क्या हाल है आप? जी थैंक यू जी, बहुत शुक्रिया। लोग आपके रिलीफ काम की तारीफ़ कर रहे हैं, लोग कह रहे हैं इवैक्यूएशन हुई, लोग कह रहे हैं जानी नुकसान नहीं हुआ, हमारी बात हुई, लोगों ने कहा माल डंगर का नुकसान नहीं हुआ, एनिमल लॉस नहीं है, लेकिन लोग अब वापस घर पहुंच गए हैं, पानी चनियोट से चला गया है। अब जो लोगों की ज़िंदगी है वो ज़्यादा तकलीफ से नहीं है। जी बिल्कुल, जैसे आपने कहा इवैक्यूएशन वो जाने बचाने के लिए बहुत ज़रूरी थी, बड़ी इफेक्टिवली हमने करवाई और जैसे लोग उसको तस्लीम भी कर रहे हैं। अब सर बाकी बिल्कुल ठीक है कि अब जिस हालात में लोग हैं उनकी जो लाइवलीहुड है वो इम्पेक्ट हुई है, फसलें ख़राब हुई हैं, उनके घर जो हैं वो ख़राब हो गए हैं। तो एक तो उसमें ये है कि जो गवर्नमेंट का पैकेज है उसमें होना है कि जो क्रॉप की जितना लॉस हुआ है उसका सर्वे जो स्टार्ट कर रही है अर्बन यूनिट, जो घरों का हुआ है। हम इस वक्त जो फोकस कर रहे थे रिहेबिलिटेशन के फर्स्ट फेज़ में तो ये था कि उनको कोई ऐसा फूड राशन या ये चीज़ें, ये टेंट्स दे सकें, वो लोग मान रहे हैं कि मिला है, 10-15 दिन जो है ये इनिशियल जो है वो गुजारा कर सकें। अब अगले स्टेज में एक गवर्नमेंट का है, दूसरा ये है कि जो प्राइवेट लोग हमारे पास आ रहे हैं, जो NGOs आ रही हैं, हम उनको चाह रहे हैं कि वो ऐसा एक गाँव अडॉप्ट कर लें, वो 100 घरों को अडॉप्ट कर लें, ताकि ये बड़ा नुकसान है। एक तो ये है कि करंट फसल उनकी चली गई, दूसरा ये है कि उन्होंने अगली फसल बोनी है, उसके लिए उनको इन्वेस्टमेंट चाहिए। तो वो उसमें दोनों पार्टनर्स आएंगे, गवर्नमेंट भी आएगी प्लस जो है मुफय्यर हज़रात भी आएंगे और हम उनको कोऑर्डिनेट करवाएंगे ताकि उससे जो है उन लोगों की लाइवलीहुड जो है वापस बहाल हो सके। कितना पानी गुजरा है? ये आपके पास दरिया चनाब लगता है, कितना पानी गुजरा है? जी, यहाँ पर जो आखिरी गेज हमारी काउंट हुई थी वो 8,55,000 हुई थी, इसी के ऊपर नीचे तकरीबन 9 लाख क्यूसेक करीब पानी यहाँ से गया है और हमारे तकरीबन 146 मवादाजात जो थे, तो आपको पता है रिवर चनाब पूरा कट थ्रू करता है चनियोट डिस्ट्रिक्ट। चनियोट तो दरिया के दोनों तरफ, ये दोनों तरफ है, इसलिए इम्पैक्ट भी बड़ा पावरफुल था और हमारी फसलें जो हैं उसमें काफ़ी लॉस हुआ है। जो आबादी है भवाना तहसील में वहाँ पर ज़्यादा नुकसान हुआ है, तो वो पूरे थ्रू आउट द जो है डिस्ट्रिक्ट वहाँ। अब एक और बात जो सामने आई है, देखिए कि मुजारा है जो काश्त करता है, जिसने ज़मीन ठेके पे ली हुई है, वो कहते हैं जागीरदार तो ठेका माफ़ करने को तैयार नहीं है, वो तो ठेका मांगेगा। मेरी 2 फसलें तबाह हो गई, मैं क्या करूँ?
जी, उसमें एक अखलाकी तौर पर भी हम लोगों को कन्विंस करेंगे कि उस चीज़ का है। दूसरा, गवर्नमेंट सेक्टर में भी ये प्रपोज़ल बिल्कुल बड़ी अच्छी तजवीज़ है कि ये बात होनी चाहिए। सर्वे में इस दफ़ा बिल्कुल जो है वो पटवारी का रोल नहीं है। सर्वे क्योंकि अर्बन यूनिट कर रहा है थ्रू प्राइवेट पर्सन जिन्होंने हायर किए हैं। तो पिक्चर एक्चुअल हमारे पास आ जाएगी कि जिसमें कितने लोग खुद काश्त थे और कितने लोग मज़ारे के ज़रिए काश्त कर रहे हैं। थोड़ा डॉक्यूमेंटेशन का इशू होता है, जैसे वो पहले भी रेज़ किया, आपकी डिस्कशन हुई। मेरे ख्याल में इसको पॉलिसी लेवल पे ये चीज़ इनकॉर्पोरेट होनी चाहिए। कोई जो मज़ारा है वो उसको ही उसकी कंपनसेशन मिले। अच्छा, आप देखें ना, क्लाइमेट चेंज है, वो कहते हैं सैलाब तो अब एक रेगुलर फीचर बनेंगे। लोग तो दोबारा बेड में जाके बैठ गए हैं। मैंने ये भी देखा है, लोग वहीं पे जहाँ पानी आया था, जहाँ फसलें तबाह हुई हैं, लोग बेड में दोबारा पहुँच गए हैं। वो कहते हैं हम 100 साल से यहाँ रह रहे हैं। तो ये बेड को कैसे क्लियर होगा? जी, ये एक हमारी इशू है। अगर परमानेंट सैलाब के हवाले से सबसे बड़ा नुकसान भी रिवर बेड के अंदर होता है, जहाँ पर बुनियादी तौर पर लोग जहाँ पहले ट्रेडिशनली वहाँ पर पक्के घर नहीं बनाते थे। वहाँ पर लोग ये था कि थोड़े डेरे और ज़मीन काश्त करने के लिए बनाते थे। लेकिन ओवर द ईयर्स आबादी भी बढ़ी, लोगों ने वहाँ पर कुछ पानी आना कम हो गया, जैसे मौसमी तब्दीलियाँ हैं, तो लोगों ने वहाँ पर पक्की सेटलमेंट्स बना ली। इवन वो गाँव बनना शुरू नहीं, तो अब आप उसको ख़त्म करने का क्या उसमें एक बड़ा टास्क है। लेकिन बात है जिस तरह की इसको टेकअप किया जा रहा है प्रोविंशियल गवर्नमेंट लेवल, फेडरल गवर्नमेंट भी क्लाइमेट इमरजेंसी की तरफ जा रही है। उसमें कम से कम हमें एक रिवर बेड को डिफाइन करके उसके अंदर एक फास्ट लेवल से ज़्यादा जो है वो पॉपुलेशन उसको परमानेंट स्टे नहीं करने देना होगा, क्योंकि अदरवाइज इतनी बड़ी पॉपुलेशन की इवैक्यूएशन वो बड़ा मुश्किल काम हो जाता है। एक कोई रेलवे का बंद है, वो कहते हैं रेलवे तो चला गया लेकिन वो बंद यहाँ मौजूद है। लोगों का ख्याल है वो बंद कमज़ोर हो गया हुआ है, उस पर काम हो। जी, वो एक टी है जो रेलवे ने अपने ब्रिज की एक उसके नीचे हमारे 2 गांव भी हैं। हाँ। वो टी है। अभी जो हम पोस्ट फ्लड रिपोर्ट लिख रहे हैं उसमें हम ये दोनों चीज़ें टेकअप करेंगे कि एक तो रेलवे की जो टी बनाई थी उन्होंने अपने ब्रिज की हिफाजत के लिए, दूसरा रेलवे ब्रिज के नीचे से जो पासिंग है पानी की, वहाँ पर भी कुछ हर्डल्स हैं। तो ये दोनों चीज़ें हम इंशाल्लाह, क्योंकि रेलवे ब्रिज अपनी उसके लिए प्रोटेक्शन के लिए काम करता है, तो उसका हम टेकअप करेंगे इंशाल्लाह। तो टोटल आपके ज़िले में कितना क्रॉप लॉस है? आप कहते हैं जी, क्रॉप लॉस जो है वो जो इम्पैक्ट हुआ है वो अगर आप कहें तो 60 से 70 हज़ार एकड़ में जो है वो पानी जो है ज़्यादा गया है। या तो बहुत सारी जगहों पे है, लेकिन जहाँ पर थोड़ा गया है, 1 फीट गया है, आधा फीट गया है, उसके लिए क्रॉप का इतना इशू नहीं होता। पर 70 हज़ार वो है जो बिल्कुल रिवर बेड के साथ साथ हमारे इम्पैक्ट हुआ है। उसमें से जो कमाद की फसल हमारी है वो कंपैरेटिवली उसमें इतना नुकसान नहीं होगा। हम जैसे आप गन्ना कहते हैं। जी, जो 15 से 18% जो है वो शुगर केन जो है वो गन्ने का हमारा हुआ होगा। बाकी जो है जो जैसे चावल था, जैसे कपास है, ये फॉडर सबसे बड़ा जो हमारा, क्योंकि बहुत ज़्यादा यहाँ पर एनुअल काउंट है, तो उसका लॉस बहुत ज़्यादा होगा। उसकी क्या कॉम्पनसेशन आपके ख्याल में? क्योंकि लोगों की तो एक साइकिल टूट गया लोगों का। रेट्स जो है वो डेफिनेटली प्रोविंशियल गवर्नमेंट उसका डिसाइड करेगी, वो अभी तक अनाउंस नहीं हुए। लेकिन सर्वे जो है वो इंच बाई इंच, मतलब हर एकड़ का सर्वे होगा और उसमें हमारे पास प्रॉपर डॉक्यूमेंट आ जाएगा और वो बाकायदा सर्वे डिजिटल बेस पे हो रहा है कि कहाँ पर क्या कौन सी फसल थी, और हमारे पास उसके लिंक भी किया जा सकता है क्योंकि जब गिरदावरी है वो डिजिटल हो रही है। तो वो भी उसके साथ जो है हमारा है PLRA और PRTB और अर्बन यूनिट ये मिल के कर रहे हैं। जो रेट्स हैं वो गवर्नमेंट तय करेगी। बाकी लेकिन लोग 2014 में आखिरी सैलाब आया, 11 साल बाद चिन्योट में सैलाब आया। लोगों की जो लिविंग मेमोरी है वो 2014 की है। लोग ये कहते हैं 2014 में जो क्रॉप कंपनसेशन था वो मालिक को चला गया और जो मुजारा ज़मीन काश्त करता था वो लॉस में रह गया। जी, इस बार ऐसा क्या है कि क्योंकि लॉस तो मुजारे का हुआ है, मालिक ने तो ठेका ले लिया हुआ है। उसमें एक डिस्क्रेशन था पटवारी का, क्योंकि पटवारी सर्वे 2014 तक सर्वे जो पटवारी करते थे तो वो लाजमी थोड़ा इन्फ्लुएंस हो जाते थे। इस दफ़ा वो ऐसी कोई सूरत हाल नहीं होगी। एक्चुअल जो बंदा वहाँ पर काश्त कर रहा है वो उसका ही नाम लिखा जाएगा। ये एक इशू है डॉक्यूमेंटेशन में कि कई बार कंटेस्ट हो जाता है तो मुजारे के लिए टेक्निकली ज़रूरी होता है कि उसका वो जो रिटन एग्रीमेंट हो, तो वो हमें थोड़ा सा इश्यूज आएंगे। अदरवाइज जो एक्चुअल सिचुएशन है, क्योंकि गिरदावरी में भी यही लिखा जाता है कि मालिक कौन है और काश्त कौन कर रहा है, तो वो भी बेसलाइन डाटा भी है। और प्लस इसके ऊपर ये जो डिजिटल होगा वे दोनों चीज़ें पिक्चर थ्रू हमारे पास आ जाएगी। जहाँ पर कोई कंटेस्ट करेगा उसको फिर हम अकॉर्डिंगली देख लेंगे एज पर मेरिट्स। बहुत शुक्रिया शफीउल हमीद साहब हमारे साथ बात करने का। इट वाज प्लेजर टॉकिंग टू यू। थैंक यू। नाज़रीन, ये था चिन्योट सैलाब के बाद की ज़िंदगी। हमने आखिर में डिस्ट्रिक्ट डिप्टी कमिश्नर साहब से बात की और आज तक के लिए इतना ही। अपने मेज़बान मुज़म्मिल सरवरदी को इजाज़त दीजिए। अल्लाह हाफ़िज़।